ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਤੇ ਮੈਂ ਹਰਮਨਜੀਤ ਕੌਰ। ਅੱਜ ਦਾ ਦਿਨ ਭਾਰਤ ਦੇ ਇਤਿਹਾਸ ਵਿੱਚ ਬਹੁਤ ਮਹੱਤਵਪੂਰਨ ਹੈ ਕਿਉਂਕਿ ਅੱਜ ਦੇ ਦਿਨ 12 ਫਰਵਰੀ 1922 ਦੇ ਵਿੱਚ ਮਹਾਤਮਾ ਗਾਂਧੀ ਵੱਲੋਂ ਚੌਰੀ ਚੌਰਾ ਕਾਂਡ ਨੂੰ ਲੈ ਕੇ ਅਸਹਿਯੋਗ ਜੋ ਅੰਦੋਲਨ ਹੈ ਉਸ ਨੂੰ ਰੋਕ ਦਿੱਤਾ ਗਿਆ ਸੀ। ਅੱਜ ਅਸੀਂ ਆਪਣੀ ਪ੍ਰੋਗਰਾਮ ਅੱਜ ਦਾ ਮੁੱਦਾ ਦੇ ਵਿੱਚ ਇਸੇ ਨੂੰ ਲੈ ਕੇ ਚਰਚਾ ਕਰਾਂਗੇ ਕਿ ਆਖਿਰਕਾਰ ਚੌਰੀ ਚੌਰਾ ਕਾਂਡ ਹੈ ਕੀ ਤੇ ਕਿਹੜੇ ਲੀਡਰਾਂ ਨੇ ਇਸ ਦਾ ਸਮਰਥਨ ਕੀਤਾ ਹੈ ਤੇ ਕਿਹਨਾਂ ਨੇ ਇਸ ਦਾ ਵਿਰੋਧ ਕੀਤਾ ਹੈ। ਇਸ ਪੂਰੀ ਜਾਣਕਾਰੀ ਦੇਣ ਲਈ ਮੇਰੇ ਨਾਲ ਜੁੜੇ ਨੇ ਮੇਰੇ ਸਹਿਯੋਗੀ ਵਿਨੇ ਰਾਣਾ ਜੀ, ਜਿਨ੍ਹਾਂ ਦੇ ਨਾਲ ਅਸੀਂ ਇਸ ਪੂਰੇ ਮੁੱਦੇ ਦੇ ਉੱਤੇ ਗੱਲਬਾਤ ਕਰਾਂਗੇ। ਸਰ, ਆਖਿਰਕਾਰ ਇਹ ਚੌਰੀ ਚੌਰਾ ਕਾਂਡ ਹੈ ਕੀ, ਇਸ ਦੇ ਬਾਰੇ ਚ ਪੂਰੀ ਜਾਣਕਾਰੀ ਸਾਂਝੀ ਕਰੋ। 12 ਫਰਵਰੀ ਦਾ ਦਿਨ ਜਿੱਦਾਂ ਤੁਸੀਂ ਕਿਹਾ, ਅੱਜ 101 ਸਾਲ ਇਹਨੂੰ ਪੂਰੇ ਹੋ ਗਏ ਨੇ। ਇਹ ਕਾਂਡ ਇਸ ਕਰਕੇ ਇਤਿਹਾਸ ਦੇ ਵਿੱਚ ਬਹੁਤ ਅਹਿਮ ਸਥਾਨ ਰੱਖਦਾ ਹੈ। ਇਹਨੂੰ ਅਮਰ ਕਿਹਾ ਜਾਂਦਾ ਹੈ ਕਿ ਅਮਰ ਕਾਂਡ ਹੈ ਇਹ, ਕਿਉਂਕਿ ਜਦੋਂ ਆਜ਼ਾਦੀ ਦੀ ਲੜਾਈ ਆਪਣੇ ਜਿਹੜੇ ਭਾਰਤੀ ਲੀਡਰ ਲੜ ਰਹੇ ਸੀ ਜਿਹੜੇ ਬ੍ਰਿਟਿਸ਼ ਸਰਕਾਰ ਦੇ ਖਿਲਾਫ, ਉਦੋਂ ਇਹ ਗੋਰਖਪੁਰ ਜ਼ਿਲ੍ਹੇ ਦੇ ਵਿੱਚ ਹੋਇਆ ਸੀਗਾ। ਉੱਥੇ ਇੱਕ ਬਾਜ਼ਾਰ ਸੀਗਾ। ਖਾਸ ਕਰਕੇ ਇਹ ਜਿਹੜਾ ਅੰਦੋਲਨ ਸੀ, ਇਹ ਅੰਦੋਲਨ ਸ਼ੁਰੂ ਹੋਇਆ ਸੀ ਕਿ ਜਿਹੜੀਆਂ ਖਾਣ ਪੀਣ ਦੀਆਂ ਚੀਜ਼ਾਂ, ਇੱਕ ਤਾਂ ਇਹਨਾਂ ਦਾ ਰੇਟ ਬਹੁਤ ਵੱਧ ਰਿਹਾ ਸੀਗਾ ਤੇ ਇੱਕ ਸ਼ਰਾਬ ਦੀ ਵਿਕਰੀ ਤੇ ਬ੍ਰਿਟਿਸ਼ ਸਰਕਾਰ ਦੇ ਖਿਲਾਫ ਸੀ। ਉਦੋਂ ਜਿਹੜਾ ਬ੍ਰਿਟਿਸ਼ ਰਾਜ ਸੀਗਾ ਗੋਰਖਪੁਰ, ਉਹਦੇ ਵਿੱਚ ਇਹ ਬਾਜ਼ਾਰ ਹੁੰਦਾ ਸੀਗਾ। ਗੌਰੀ ਬਾਜ਼ਾਰ ਇਹਨੂੰ ਕਹਿੰਦੇ ਸੀ। ਨਾਮ ਐਕਚੁਅਲੀ ਇਹਦਾ ਥੋੜ੍ਹਾ ਧਾਰਮਿਕ ਗੌਰੀ ਬਾਜ਼ਾਰ ਸੀਗਾ, ਇਸ ਕਰਕੇ ਇੱਥੇ ਜਿਹੜੀ ਸ਼ਰਾਬ ਦੀ ਵਿਕਰੀ ਵੀ ਜਿਹੜੀ ਹੁੰਦੀ ਸੀ ਨਾ, ਉਹਦਾ ਵੀ ਵਿਰੋਧ ਹੋ ਰਿਹਾ ਸੀਗਾ। ਇਸ ਨੂੰ ਜਦੋਂ 4 ਫਰਵਰੀ 1922 ਦੇ ਵਿੱਚ ਅੰਦੋਲਨਕਾਰੀਆਂ ਨੇ ਜਦੋਂ ਉੱਥੇ ਅੰਦੋਲਨ ਸ਼ੁਰੂ ਕੀਤਾ, ਧਰਨੇ ਸ਼ੁਰੂ ਕੀਤੇ, ਤੇ ਉੱਥੇ ਨਾ ਉਸ ਬਾਜ਼ਾਰ ਦਾ ਮਾਲਕ ਸੀਗਾ ਬਖਸ਼ ਸਿੰਘ, ਸੰਤ ਬਖਸ਼ ਸਿੰਘ ਕਹਿੰਦੇ ਸੀਗੇ ਉਹਨੂੰ। ਸੰਤ ਬਖਸ਼ ਸਿੰਘ ਉਸ ਬਾਜ਼ਾਰ ਦਾ ਮਾਲਕ ਸੀਗਾ ਤੇ ਜ਼ਾਹਿਰ ਹੈ ਕਿ ਉਹ ਜਿਹਦਾ ਪੂਰਾ ਦਾ ਪੂਰਾ ਬਾਜ਼ਾਰ ਜਿਹਦਾ ਹੈਗਾ ਉਹ ਉਸ ਵੇਲੇ ਅੱਛੀ ਪੈਠ ਰੱਖਦਾ ਹੋਏਗਾ। ਬ੍ਰਿਟਿਸ਼ ਸਰਕਾਰ ਨਾਲ ਵੀ ਉਹਦੀ ਸੈਟਿੰਗ ਸੀਗੀ। ਉੱਥੇ ਜਿਹੜੀ ਪੁਲਿਸ ਸੀਗੀ ਲੋਕਲ, ਜਿਹੜੀ ਉੱਥੇ ਥਾਣਾ ਸੀ ਜਿਹੜਾ, ਉਹ ਉੱਥੇ ਜਿਹੜਾ ਇੰਸਪੈਕਟਰ ਸੀਗਾ ਗੁਪਤੇਸ਼ਵਰ ਸਿੰਘ, ਉਹਦੇ ਨਾਲ ਵੀ ਉਹਦੀ ਠੀਕ ਠਾਕ ਸੈਟਿੰਗ ਸੀਗੀ। ਤੇ ਉਹ ਕੀ ਸੀਗਾ ਕਿ ਉਹ ਇਸ ਅੰਦੋਲਨ ਨੂੰ ਬਜਾਏ ਕਿ ਜ਼ਾਹਿਰ ਹੈ ਕਿ ਜੇ ਅੰਦੋਲਨ ਹੋ ਰਿਹਾ ਤਾਂ ਅੰਗਰੇਜ਼ ਸਰਕਾਰ ਵੀ ਉਹਨੂੰ ਦਬਾਉਣਾ ਚਾਹੁੰਦੀ ਹੋਏਗੀ, ਤੇ ਅੰਗਰੇਜ਼ ਸਰਕਾਰ ਉਦੋਂ ਤਾਂ ਨਹੀਂ ਖੁੱਲ੍ਹ ਕੇ ਸਾਹਮਣੇ ਆਈ, ਲੇਕਿਨ ਉਹਨੇ ਪਹਿਲਾਂ ਆਪਣੇ ਗੁੰਡੇ ਭੇਜੇ, ਜਿਹੜੇ ਉਹਨਾਂ ਦੇ ਬੰਦੇ ਸੀਗੇ, ਉਹਨਾਂ ਨੂੰ ਲਿਜਾ ਕੇ ਇਹ ਜਿਹੜੇ ਇਹਨੂੰ ਲੀਡ ਕਰ ਰਹੇ ਸੀਗੇ, ਇਸ ਅੰਦੋਲਨ ਨੂੰ ਲੀਡ ਕਰ ਰਹੇ ਸੀ, ਉਹ ਕੁਛ ਲੀਡਰਾਂ ਨੂੰ ਲਿਜਾ ਕੇ ਉਹਨਾਂ ਨੇ ਕੁੱਟਮਾਰ ਕੀਤੀ। ਪਹਿਲਾਂ ਹੋਰ ਕਿਤੇ ਲਿਜਾ ਕੇ ਉਹਨਾਂ ਨੂੰ ਕੁੱਟਮਾਰ ਕੀਤੀ। ਪਹਿਲਾਂ ਤਾਂ ਇੱਕ ਦਿਨ ਇਹ ਹੋਇਆ ਕਿ ਉਹਨਾਂ ਨੇ ਆ ਕੇ ਪਹਿਲਾਂ ਧਰਨਾ ਹੀ ਖਦੇੜ ਦਿੱਤਾ, ਜਿੱਦਾਂ ਡਾਂਗਾ ਡੂੰਗਾ ਇੱਦਾਂ ਲਹਿਰਾਈਆਂ ਤੇ ਉਹ ਭੱਜ ਗਏ ਸਾਰੇ ਜੀ। ਲੇਕਿਨ ਉਹ ਜਿਹੜੇ ਉਦੋਂ ਪ੍ਰਦਰਸ਼ਨ ਹੁੰਦੇ ਸੀ ਨਾ, ਉਹ ਇਸ ਮਕਸਦ ਨੂੰ ਲੈ ਕੇ ਹੁੰਦੇ ਸੀ ਵੀ ਐਕਚੁਅਲੀ ਕਿਸੇ ਇੰਡੀਅਨ ਦੇ ਖਿਲਾਫ ਨਹੀਂ ਸੀ ਹੁੰਦੇ, ਉਹ ਬ੍ਰਿਟਿਸ਼ ਸਰਕਾਰ ਦੇ ਖਿਲਾਫ ਹੀ ਹੁੰਦੇ ਸੀਗੇ ਕਿ ਬ੍ਰਿਟਿਸ਼ ਸਰਕਾਰ ਨੂੰ ਇਹ ਤਾਕਤ ਮਤਲਬ ਇਹ ਸ਼ਕਤੀ ਦਿਖਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਸੀਗੀ ਕਿ ਅਸੀਂ ਡਰਨ ਵਾਲੇ ਨਹੀਂ ਹੈਗੇ। ਫਿਰ ਉਹ ਲੋਕ ਇਕੱਠੇ ਹੋਏ, ਉੱਥੇ ਫੇਰ ਆਏ। ਜਦੋਂ ਫੇਰ ਆਏ, ਫਿਰ ਉਹਨਾਂ ਦੀ ਆਪਸ 'ਚ ਝੜਪ ਹੋਈ। ਉਦੋਂ ਜਦੋਂ ਝੜਪ ਹੋਈ ਨਾ, ਤੇ ਉਦੋਂ ਉਹ ਕਿਉਂਕਿ ਜਦੋਂ ਇੱਕ ਵਾਰੀ ਖਦੇੜ ਦਿੱਤਾ ਤੇ ਜ਼ਾਹਿਰ ਹੈ ਕਿ ਲੋਕਲ ਪੁਲਿਸ ਨੂੰ ਇਨਫੋਰਮ ਕੀਤਾ ਗਿਆ। ਲੋਕਲ ਪੁਲਿਸ ਦੇ ਵਿੱਚ ਗੁਪਤੇਸ਼ਵਰ ਸਿੰਘ ਜਿਹੜੇ ਸੀਗੇ ਉਸ ਵੇਲੇ ਉੱਥੇ ਦੇ ਦਰੋਗਾ ਹੁੰਦੇ ਸੀ, ਜਿਹੜਾ ਉੱਥੇ ਦਾ ਲੋਕਲ ਪੁਲਿਸ ਸਟੇਸ਼ਨ ਸੀਗਾ, ਉਹਨਾਂ ਨੇ ਜ਼ਾਹਿਰ ਹੈ ਕਿ ਇਹ ਜਿਹੜਾ ਸੰਤ ਬਖਸ਼ ਸਿੰਘ ਸੀ, ਇਹਨੇ ਉਹਦੇ ਨਾਲ ਸੈਟਿੰਗ ਕਰਕੇ ਤੇ ਗੁਪਤੇਸ਼ਵਰ ਸਿੰਘ ਜਿੱਦਾਂ ਪਰਸਨਲੀ ਅੰਦੋਲਨਕਾਰੀਆਂ ਦੇ ਖਿਲਾਫ ਹੋ ਗਿਆ। ਤੇ ਉਹਨੇ ਜਦੋਂ ਅਗਲੀ ਵਾਰ ਤਕਰੀਬਨ 2000 ਤੋਂ 2500 ਜਿਹੜੇ ਪ੍ਰਦਰਸ਼ਨਕਾਰੀ ਇਕੱਠੇ ਹੋ ਕੇ ਫਿਰ ਉਸੇ ਬਾਜ਼ਾਰ 'ਚ ਆਏ, ਉਹਨਾਂ ਨੇ ਉੱਥੇ ਧਰਨੇਬਾਜ਼ੀ ਜਿਹੜੀ ਹੈ, ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਤੇ ਫਿਰ ਉਹਦੇ ਸੰਤ ਬਖਸ਼ ਸਿੰਘ ਦੇ ਬੰਦੇ ਆਏ, ਉਹਦੇ ਨਾਲ ਉਲਝੇ, ਕੁਛ ਉਹਨਾਂ ਨੇ ਵੀ ਕੁੱਟੇ, ਕੁਛ ਇਹਨਾਂ ਨੇ ਕੁੱਟੇ। ਜਦੋਂ ਇਹਨਾਂ ਨੇ ਕੁੱਟੇ ਤੇ ਜ਼ਾਹਿਰ ਹੈ ਕਿ ਜਿਹੜਾ ਗੁਪਤੇਸ਼ਵਰ ਸਿੰਘ ਸੀਗਾ ਉਹ ਇਹਨਾਂ ਦੇ ਹੱਕ ਦਾ ਬੰਦਾ ਸੀਗਾ, ਉਹ ਕੁਛ ਲੀਡਰਾਂ ਨੂੰ ਲੈ ਗਿਆ ਥਾਣੇ। ਉੱਥੇ ਲਿਜਾ ਕੇ ਉਹਨਾਂ ਨੂੰ ਬਹੁਤ ਮਾਰਿਆ ਕੁੱਟਿਆ। ਇੰਨਾ ਕੁ ਮਾਰਿਆ ਕੁੱਟਿਆ ਜਿੱਦਾਂ ਪਰਸਨਲ ਖੁੰਦਕ ਨਹੀਂ ਕੋਈ ਗੱਡੀ ਦੀ ਹੁੰਦੀ, ਉੱਦਾਂ ਉਹਨੂੰ ਜਦੋਂ ਕਟਾਪਾ ਚਾੜਿਆ ਤੇ ਉਹ ਜਿਹੜੇ ਅੰਦੋਲਨਕਾਰੀ ਸੀਗੇ ਨਾ, ਉਹ ਭੜਕ ਗਏ ਇੱਕਦਮ। ਜਦੋਂ ਭੜਕ ਗਏ ਨਾ, ਉਹਨਾਂ ਨੇ ਕੀ ਕੀਤਾ, ਇਕੱਠੇ ਹੋ ਕੇ ਆਏ, ਉਹਨਾਂ ਨੇ ਥਾਣੇ ਨੂੰ ਹੀ ਅੱਗ ਲਾ ਦਿੱਤੀ। ਜਦੋਂ ਥਾਣੇ ਨੂੰ ਅੱਗ ਲਾਈ ਨਾ, ਤੇ ਉਹਦੇ 'ਚ ਉਸ ਦੌਰਾਨ ਉਸ ਥਾਣੇ ਦੇ ਵਿੱਚ ਜਿਹੜੇ 22 ਬੰਦੇ ਅੰਦਰ ਮੌਜੂਦ ਸੀਗੇ ਨਾ, ਜਿਉਂਦੇ ਸੜ ਗਏ ਸੀ। ਉਹ ਆਮ ਲੋਕ ਵੀ ਨਾਲ ਸੜੇ ਦੱਸੇ ਜਾਂਦੇ ਆ ਨਾ। ਨਹੀਂ, ਆਮ ਲੋਕ ਤਾਂ ਜਿਹੜੇ ਬਾਹਰ ਸੀਗੇ, ਜਿਹੜੇ ਚਪੇਟ ਦੇ ਵਿੱਚ ਆ ਗਏ, ਉਹ ਸੜੇ, ਲੇਕਿਨ ਜਿਹੜੇ ਅੰਦਰ ਬੈਠੇ ਸੀ ਉਹ ਤਾਂ ਬਿਲਕੁਲ ਹੀ ਸੜ ਗਏ, ਉਹਨਾਂ ਨੂੰ ਤਾਂ ਬਾਹਰ ਹੀ ਨਹੀਂ ਆਉਣ ਦਿੱਤਾ। ਤੇ ਪੋਜੀਸ਼ਨ ਇਹ ਹੋ ਗਈ ਕਿ ਜਦੋਂ ਅੰਦੋਲਨਕਾਰੀ ਇੰਨੇ ਕੁ ਭੜਕ ਗਏ ਕਿ ਉਹਨਾਂ ਨੇ ਗੁਪਤੇਸ਼ਵਰ ਸਿੰਘ ਨੂੰ ਵੀ ਚੁੱਕ ਕੇ ਵਿੱਚ ਹੀ ਪਾਤਾ। ਇਹ ਗੁਪਤੇਸ਼ਵਰ ਸਿੰਘ ਨੇ ਫਾਇਰ ਕੀਤਾ ਸੀ ਐਕਚੁਅਲੀ, ਜਿਹਦੇ ਨਾਲ 3 ਅੰਦੋਲਨਕਾਰੀਆਂ ਦੀ ਮੌਤ ਹੋ ਗਈ ਸੀਗੀ।
ਪਹਿਲਾਂ ਉਹਨਾਂ ਨੇ ਉਹਦੀ ਵਰਦੀ ਨੂੰ ਹੱਥ ਨਹੀਂ ਪਾਇਆ, ਪਹਿਲਾਂ ਨਹੀਂ ਉਹਦੇ ਨਾਲ ਉਹ ਉਲਝੇ, ਸਿਰਫ ਉਹ ਜਿਹੜੇ ਬਖਸ਼ ਸਿੰਘ ਦੇ ਗੁੰਡੇ ਸੀਗੇ ਉਹਨਾਂ ਨਾਲ ਹੀ ਉਲਝਦੇ ਸੀਗੇ, ਉਹ ਉਹਨਾਂ ਨਾਲ ਹੀ ਕੁੱਟਮਾਰ ਕਰਦੇ ਸੀਗੇ, ਕਿਉਂਕਿ ਪ੍ਰਦਰਸ਼ਨਕਾਰੀਆਂ ਦਾ ਉਹਨਾਂ ਨਾਲ ਡਾਇਰੈਕਟ ਇਸ ਕਰਕੇ ਆਪਸ 'ਚ ਖੁੰਦਕਬਾਜੀ ਹੋ ਗਈ, ਕਿਉਂਕਿ ਪਹਿਲਾਂ ਉਹਨਾਂ ਨੇ ਪਹਿਲ ਉਹਨਾਂ ਨੇ ਕੀਤੀ ਸੀਗੀ, ਬਖਸ਼ ਸਿੰਘ ਦੇ ਗੁੰਡਿਆਂ ਨੇ ਪਹਿਲ ਕੀਤੀ ਸੀ, ਤਾਂ ਉਹਨਾਂ ਨੂੰ ਚੁੱਕ ਕੇ ਜਿਹੜਾ ਪਹਿਲਾਂ ਖਦੇੜਿਆ, ਫਿਰ ਦੁਬਾਰਾ ਜਦੋਂ ਆਏ ਤਾਂ ਵੀ ਕੁੱਟਮਾਰ ਕੀਤੀ। ਜਦੋਂ ਕੁੱਟਮਾਰ ਕੀਤੀ ਤੇ ਇਹ ਆਪਸ 'ਚ ਉਲਝ ਗਏ, ਫਿਰ ਪੁਲਿਸ ਦਾ ਰੋਲ ਸ਼ੁਰੂ ਹੋ ਗਿਆ। ਪੁਲਿਸ ਦਾ ਰੋਲ ਸ਼ੁਰੂ ਹੋਇਆ, ਗੁਪਤੇਸ਼ਵਰ ਸਿੰਘ ਜਿਹੜੇ ਹੈਗੇ ਪ੍ਰਦਰਸ਼ਨਕਾਰੀਆਂ ਨੂੰ ਚੁੱਕ ਕੇ, ਉਹਨਾਂ ਨੂੰ ਤਾਂ ਨਹੀਂ ਲੈ ਕੇ ਗਿਆ, ਪ੍ਰਦਰਸ਼ਨਕਾਰੀਆਂ ਨੂੰ ਚੁੱਕ ਕੇ ਲੈ ਗਿਆ, ਤੇ ਉੱਥੇ ਲੈ ਜਾ ਕੇ ਉਹਨਾਂ ਨੇ ਉਹਦੇ ਨਾਲ ਜਿਹੜੇ ਸੀਗੇ ਪ੍ਰਦਰਸ਼ਨਕਾਰੀ, ਉਹਨਾਂ ਦੇ ਕਈ ਲੀਡਰ ਜਿਹੜੇ ਉਹਨਾਂ ਨਾਲ ਬਹੁਤ ਜ਼ਿਆਦਾ ਕੁੱਟਮਾਰ ਕੀਤੀ। ਤੇ ਜਦੋਂ ਜ਼ਾਹਿਰ ਹੈ ਕਿ ਕੁਝ ਬੰਦੇ ਨੂੰ ਚੁੱਕ ਕੇ ਅੰਦਰ ਲੈ ਗਏ, ਉਹਨਾਂ ਨਾਲ ਕੁੱਟਮਾਰ ਕਰ ਰਹੇ, ਜਿਹੜੇ ਬਾਹਰ ਲੋਕ ਸੀਗੇ ਉਹਨਾਂ ਨੇ ਬਹੁਤ ਉਦਮ ਚੁੱਕ ਦਿੱਤਾ ਤੇ ਇਹ ਗੁਪਤੇਸ਼ਵਰ ਸਿੰਘ ਬਾਹਰ ਸੀਗਾ ਤੇ ਇਹਨੇ ਫਾਇਰ ਕੀਤੀ ਅਤੇ ਭੀੜ ਤੇ ਫਾਇਰਿੰਗ ਕੀਤੀ ਤੇ 3 ਲੋਕ ਜਿਹੜੇ ਹੈਗੇ ਆ ਉਹ ਮੌਕੇ ਤੇ ਮਰ ਗਏ ਸੀਗੇ। ਜਦੋਂ ਮੌਕੇ ਤੇ ਇਹਨੇ ਫਾਇਰਿੰਗ ਕੀਤੀ ਔਰ ਬੰਦੇ ਮਰ ਗਏ, ਪ੍ਰਦਰਸ਼ਨਕਾਰੀ ਭੜਕ ਗਏ ਇੱਕਦਮ ਔਰ ਉਹਨਾਂ ਨੇ ਪੁਲਿਸ ਸਟੇਸ਼ਨ ਨੂੰ ਅੱਗ ਲਾਤੀ। ਪੁਲਿਸ ਸਟੇਸ਼ਨ ਨੂੰ ਜਦੋਂ ਅੱਗ ਲਾਈ ਤਾਂ ਪੁਲਿਸ ਸਟੇਸ਼ਨ ਦੇ ਵਿੱਚ ਜਿਹੜੇ ਲੋਕ ਸੀਗੇ, ਕਿਉਂਕਿ ਬਾਹਰ ਬਹੁਤ ਜ਼ਿਆਦਾ ਭੀੜ ਇਕੱਠੀ ਸੀਗੀ, ਇਸ ਕਰਕੇ ਉਹ ਨਿਕਲ ਨਹੀਂ ਸਕੇ, ਤਾਂ ਉਹ ਜਿਉਂਦੇ ਅੰਦਰ ਸੜ ਗਏ ਸੀਗੇ। ਮਹਾਤਮਾ ਗਾਂਧੀ ਦਾ ਉਸ ਦੌਰਾਨ ਅਸਹਿਯੋਗ ਅੰਦੋਲਨ ਚੱਲ ਰਿਹਾ ਸੀਗਾ। ਅਸਹਿਯੋਗ ਅੰਦੋਲਨ, ਮਹਾਤਮਾ ਗਾਂਧੀ ਸ਼ੁਰੂ ਤੋਂ ਹੀ ਹਿੰਸਾ ਦੇ ਖਿਲਾਫ ਰਹੇ ਨੇ, ਅਹਿੰਸਾ ਦੇ ਪੁਜਾਰੀ ਮੰਨਿਆ ਜਾਂਦਾ ਉਹਨਾਂ ਨੂੰ, ਤੇ ਅੱਜ ਵੀ ਉਹਨਾਂ ਨੂੰ ਜੇ ਯਾਦ ਕੀਤਾ ਜਾਂਦਾ ਤੇ ਅਹਿੰਸਾ ਦੇ ਪੁਜਾਰੀ ਵਾਂਗ ਹੀ ਯਾਦ ਕੀਤਾ ਜਾਂਦਾ। ਤੇ ਉਹਨਾਂ ਨੂੰ ਲੱਗਾ ਕਿ ਇਹ ਤਾਂ ਜਿਹੜਾ ਕਾਂਡ ਹੋਇਆ ਇਹ ਮੇਰੀ ਬਿਲਕੁਲ ਪਾਲਿਸੀ ਦੇ ਖਿਲਾਫ ਆ ਤੇ ਮੈਂ ਤਾਂ ਇਸ ਨੂੰ ਬਰਦਾਸ਼ਤ ਨਹੀਂ ਕਰੂੰਗਾ। ਉਹਨਾਂ ਨੇ ਕੀ ਕੀਤਾ ਕਿ ਜਿਹੜਾ ਅਸਹਿਯੋਗ ਅੰਦੋਲਨ ਵਾਪਸ ਲਿਆ ਤੇ 5 ਦਿਨ ਦੀ ਹੜਤਾਲ ਤੇ ਚਲੇ ਗਏ। ਹਾਲਾਂਕਿ ਜਿਹੜੇ ਉਸ ਵੇਲੇ ਦੇ ਲੀਡਰ ਹੈਗੇ ਆ, ਕਈ ਵੱਡੇ ਲੀਡਰ ਜਿਵੇਂ ਸੁਭਾਸ਼ ਚੰਦਰ ਬੋਸ ਹੋ ਗਏ ਔਰ ਜਿਹੜੇ ਜਵਾਹਰ ਲਾਲ ਨਹਿਰੂ ਦੇ ਫਾਦਰ ਮੋਤੀ ਲਾਲ ਨਹਿਰੂ ਜਿਹੜੇ ਸੀਗੇ, ਉਹਨਾਂ ਨੇ ਕਿਹਾ ਕਿ ਇਹ ਨਹਿਰੂ ਦਾ ਉਹਦਾ ਜਿਹੜਾ ਫੈਸਲਾ ਹੈ ਮਹਾਤਮਾ ਗਾਂਧੀ ਦਾ, ਇਹ ਸਹੀ ਨਹੀਂ ਹੈਗਾ। ਇਹਨੂੰ ਸਹੀ ਕਿਉਂ ਨਹੀਂ ਕਿਹਾ ਉਹਨਾਂ ਨੇ ਇਸ ਕਰਕੇ ਕਿਹਾ ਕਿ ਅਸਹਿਯੋਗ ਅੰਦੋਲਨ ਨੂੰ ਦਾ ਅਸਰ ਜਿਹੜਾ ਹੈ ਉਹ ਅੰਗਰੇਜ਼ ਸਰਕਾਰ ਤੇ ਹੋਣ ਲੱਗ ਪਿਆ ਸੀਗਾ। ਲੇਕਿਨ ਕਿਉਂਕਿ ਜੇ ਹਿੰਸਾ ਇੱਥੇ ਭੜਕੀ ਹੈ ਤੇ ਦੋਨੋਂ ਪਾਸਿਓਂ ਪਹਿਲ ਹੋਈ ਹੈ। ਬਿਲਕੁਲ। ਔਰ ਜਦੋਂ ਵੀ ਕਿਉਂਕਿ ਜਦੋਂ ਬ੍ਰਿਟਿਸ਼ ਕੋਈ ਦੂਜਾ ਬੰਦਾ ਆ ਕੇ ਤੁਹਾਡੇ ਤੇ ਰਾਜ ਕਰਦਾ ਹੋਵੇ ਨਾ, ਜਦੋਂ ਕਿਸੇ ਹੋਰ ਦੇਸ਼ ਦਾ, ਵਿਦੇਸ਼ੀ ਜਿਹਨੂੰ ਆਪਾਂ ਕਹਿੰਦੇ ਆ, ਕੋਈ ਆ ਕੇ ਤੁਹਾਡੇ ਤੇ ਰਾਜ ਕਰਦਾ ਹੋਵੇ, ਫਿਰ ਉਹਦੀ ਗੱਲ ਜ਼ਿਆਦਾ ਚੁੱਭਦੀ ਹੈ। ਜਿੱਦਾਂ ਆਪਣਾ ਕੋਈ ਕੁਛ ਕਵੇ ਤਾਂ ਮਾੜਾ ਜਿਹਾ ਘੱਟ ਦੁੱਖ ਹੁੰਦਾ, ਜਦੋਂ ਕੋਈ ਬਗਾਨਾ ਕਹਿ ਦੇਵੇ ਉਹ ਜ਼ਿਆਦਾ ਦੁੱਖ ਹੁੰਦਾ। ਉਹ ਹਿਸਾਬ ਸੀਗਾ। ਤੇ ਉਹ ਜਿਹੜਾ ਬ੍ਰਿਟਿਸ਼ ਸਰਕਾਰ ਦੇ ਖਿਲਾਫ ਤਾਂ ਪਹਿਲਾਂ ਹੀ ਲੋਕ ਭੜਕੇ ਹੋਏ ਸੀਗੇ, ਕਿਉਂਕਿ ਇਹੀ ਹੋ ਰਿਹਾ ਸੀਗਾ ਕਿ ਬਸ ਅੰਗਰੇਜ਼ ਹੁਣ ਇੱਥੋਂ ਚਲੇ ਜਾਣ। ਤੇ ਉਦੋਂ ਜਿਹੜੇ ਲੀਡਰ ਸੀ ਨਾ, ਜਿਹੜੇ ਵੱਡੇ ਲੀਡਰ ਸੀਗੇ, ਤੇ ਉਹਨਾਂ ਨੇ ਕਿਹਾ ਕਿ ਸੁਭਾਸ਼ ਚੰਦਰ ਬੋਸ ਵੀ ਸੀਗੇ ਉਹਨਾਂ 'ਚ। ਸੁਭਾਸ਼ ਚੰਦਰ ਬੋਸ ਨੇ ਵੀ ਇਹੀ ਗੱਲ ਕਿਹਾ ਸੀਗੀ ਕਿ ਇਹ ਗਾਂਧੀ ਜੀ ਦਾ ਫੈਸਲਾ, ਹਾਲਾਂਕਿ ਉਹ ਇਹਨਾਂ ਦੀ ਨੀਤੀਆਂ ਤੋਂ ਬੜੇ ਪ੍ਰਭਾਵਿਤ ਸੀਗੇ ਸੁਭਾਸ਼ ਚੰਦਰ ਬੋਸ ਵੀ, ਉਹਨਾਂ ਨੇ ਕਿਹਾ ਇਹ ਸਹੀ ਨਹੀਂ ਹੈਗੀ, ਇਹ ਫੈਸਲਾ ਸਹੀ ਨਹੀਂ ਹੈਗਾ, ਇਹਨਾਂ ਨੂੰ ਅਸਹਿਯੋਗ ਅੰਦੋਲਨ ਵਾਪਸ ਨਹੀਂ। ਜਦੋਂ ਅਸਰ ਹੋਣਾ ਸ਼ੁਰੂ ਹੋ ਗਿਆ ਤਾਂ ਉਦੋਂ ਵਿੱਚ ਹੀ ਰੋਕ ਦਿੱਤਾ ਗਿਆ। ਅਸਹਿਯੋਗ ਅੰਦੋਲਨ ਵਾਪਸ ਤੇ ਲੈਣਾ ਹੀ ਲੈਣਾ ਔਰ ਹੜਤਾਲ ਤੇ ਵੀ ਚਲੇ ਗਏ। ਉਹਦੇ ਨਾਲ ਕੀ ਹੋਇਆ ਕਿ ਜਿਹੜਾ ਅੰਗਰੇਜ਼ ਆ ਨਾ, ਥੋੜੇ ਜਿਹੇ ਉਹ ਹਾਵੀ ਹੋ ਗਏ। ਜਦੋਂ ਅੰਗਰੇਜ਼ ਹਾਵੀ ਹੋ ਗਏ ਤੇ ਇਹ ਸਾਰੇ ਲੀਡਰ ਇੱਕ ਤਰ੍ਹਾਂ ਦਾ ਉਖੜ ਗਏ ਥੋੜੇ ਜਿਹੇ ਨਾ, ਕਿ ਮਤਲਬ ਇਹਨਾਂ ਦਾ ਇਹ ਕਹਿਣਾ ਹੈ ਕਿ ਜੇ ਉਸ ਵੇਲੇ ਅਸਹਿਯੋਗ ਅੰਦੋਲਨ ਵਾਪਸ ਨਾ ਲਿਆ ਜਾਂਦਾ ਨਾ, ਇਹ ਸਨ 22 ਦੀ ਗੱਲ ਹੈ ਦੇਖੋ, ਤੇ ਉਸ ਤੋਂ ਆਪਾਂ ਨੂੰ ਤਕਰੀਬਨ 25 ਸਾਲ ਬਾਅਦ ਜਾ ਕੇ ਆਜ਼ਾਦੀ ਮਿਲੀ ਹੈ। ਤੇ ਉਹ ਕਹਿੰਦੇ ਕਿ ਜੇ ਉਸ ਵੇਲੇ ਮਹਾਤਮਾ ਗਾਂਧੀ ਇਸ ਅਸਹਿਯੋਗ ਅੰਦੋਲਨ ਨੂੰ ਵਾਪਸ ਨਾ ਲੈਂਦੇ ਤੇ ਆਜ਼ਾਦੀ ਵਾਸਤੇ ਸਾਨੂੰ 1947 ਦੀ ਉਡੀਕ ਨਹੀਂ ਸੀ ਕਰਨੀ ਪੈਣੀ, ਸਾਨੂੰ ਆਜ਼ਾਦੀ ਪਹਿਲਾਂ ਹੀ ਮਿਲ ਜਾਣੀ ਸੀਗੀ। ਇਹ ਮਤਲਬ ਉਹ ਲੀਡਰਾਂ ਦਾ ਮੰਨਣਾ ਹੈ, ਕਿਉਂਕਿ ਉਹਨਾਂ ਨੇ ਸਭ ਕੁਝ ਤਾਂ ਅੱਖੀਂ ਦੇਖਿਆ ਨਾ ਕੀ ਹੋ ਰਿਹਾ। ਜਿਹੜੇ ਪ੍ਰਦਰਸ਼ਨਕਾਰੀ ਹੈ ਉਹਨਾਂ ਦਾ ਪ੍ਰਭਾਵ ਕਿੰਨਾ ਅਸਰਦਾਰ ਹੈ, ਤੇ ਜਿਹੜੀ ਬ੍ਰਿਟਿਸ਼ ਸਰਕਾਰ ਹੈ ਉਹਨਾਂ ਦਾ ਪ੍ਰਭਾਵ ਕਿਸ ਪਾਸੇ ਅਸਰਦਾਰ ਹੈ, ਬ੍ਰਿਟਿਸ਼ ਸਰਕਾਰ ਕਿੰਨਾ ਕੁ ਘਬਰਾਈ ਹੋਈ ਹੈ, ਬ੍ਰਿਟਿਸ਼ ਸਰਕਾਰ 'ਤੇ ਕਿੰਨਾ ਇਹਨਾਂ ਚੀਜ਼ਾਂ ਦਾ ਅਸਰ ਹੋ ਰਿਹਾ। ਇਹ ਸਾਰਾ ਕੁਝ ਉਹ ਜਿਹੜੇ ਉਸ ਵੇਲੇ ਦੇ ਵੱਡੇ ਲੀਡਰ ਹੈ ਨਾ, ਉਹਨਾਂ ਨੂੰ ਤਕਰੀਬਨ ਉਹਨਾਂ ਦੀ ਸੂਚਨਾ ਜਿਹੜੀ ਆ ਉਹ ਉਹਨਾਂ ਨੂੰ ਮਿਲਦੀ ਰਹਿੰਦੀ ਸੀਗੀ, ਕਿਉਂਕਿ ਵਿੱਚੇ ਹੀ ਬ੍ਰਿਟਿਸ਼ ਸਰਕਾਰ ਦੇ ਅੱਧੇ ਜਿਹੜੇ ਕਹਿ ਸਕਦੇ ਹਾਂ ਅੱਧੇ ਨਾਲੋਂ ਵੱਧ ਮੁਲਾਜ਼ਮ ਤਾਂ ਜਿਹੜੇ ਸੀਗੇ ਉਹ ਇੰਡੀਅਨ ਸੀਗੇ। ਤੇ ਜ਼ਾਹਿਰ ਹੈ ਕਿ ਨੌਕਰੀ ਹਰ ਬੰਦੇ ਨੂੰ ਪਿਆਰੀ ਹੁੰਦੀ ਹੈ, ਤੇ ਕੋਈ ਖੋਲ੍ਹ ਕੇ ਨਾ ਵੀ ਬੋਲਦਾ ਹੋਵੇ, ਲੇਕਿਨ ਅੰਦਰੋਂ ਅੰਦਰ ਤਾਂ ਸਾਰਾ ਕੁਝ ਪਤਾ ਲੱਗਦਾ ਰਹਿੰਦਾ ਨਾ। ਤੇ ਇਹ ਜਿਹੜਾ ਕਾਂਡ, ਇਸ ਕਰਕੇ ਇਹ ਸਭ ਤੋਂ ਇੰਪੋਰਟੈਂਟ ਦਿਨ ਜਿਹੜਾ ਹੈ ਨਾ 12 ਫਰਵਰੀ ਮੰਨਿਆ ਜਾਂਦਾ, ਕਿਉਂਕਿ ਅਸਹਿਯੋਗ ਅੰਦੋਲਨ ਜਿਹੜਾ ਹੈ ਉਹ ਉਸ ਵੇਲੇ ਆਜ਼ਾਦੀ ਦੀ ਲੜਾਈ ਦੇ ਵਿੱਚ ਬਹੁਤ ਮਹੱਤਵਪੂਰਨ ਅੰਦੋਲਨ ਸੀਗਾ, ਜਿਸ ਨੂੰ ਗਾਂਧੀ ਜੀ ਨੇ ਵਾਪਸ ਲੈ ਲਿਆ ਸੀਗਾ। ਇੱਕਦਮ ਇੰਨਾ ਜ਼ਿਆਦਾ ਜਿਹੜਾ ਇਹ ਅੰਦੋਲਨ ਭੜਕ ਗਿਆ, ਇਹਦਾ ਕੀ ਕਾਰਨ ਸੀ? ਦੇਖੋ, ਇਹਦਾ ਕਾਰਨ, ਕੁਝ ਕਾਰਨ, ਇਹਦੇ 2-3 ਕਾਰਨ ਹੈਗੇ ਆ। ਇੱਕ ਤਾਂ ਇਹ ਕਿ ਜਦੋਂ ਅਸਹਿਯੋਗ ਅੰਦੋਲਨ ਸ਼ੁਰੂ ਹੋਇਆ, ਐਕਚੁਅਲੀ 1919-20 ਦਾ ਦੌਰ ਚੱਲ ਰਿਹਾ ਸੀਗਾ, ਤੇ 1919
ਦਾ ਗੁੱਸਾ ਸੀਗਾ, ਰੌਲਟ ਐਕਟ ਦਾ ਵੀ ਗੁੱਸਾ ਸੀਗਾ ਹਿੰਦੁਸਤਾਨੀਆਂ ਦੇ ਵਿੱਚ। ਰੌਲਟ ਐਕਟ ਸੀਗਾ, ਉਹਦਾ ਵੀ ਮੈਂ ਤੁਹਾਨੂੰ ਦੱਸ ਦਿੰਦਾ ਕਿ ਰੌਲਟ ਐਕਟ ਹੈ ਕੀ ਸੀਗਾ। ਤੇ ਜਿਹੜਾ 1919 ਦੇ ਵਿੱਚ ਜਲਿਆਂਵਾਲਾ ਕਾਂਡ ਹੋ ਗਿਆ, ਉਹਨੂੰ ਲੈ ਕੇ ਤਾਂ ਬਹੁਤ ਜ਼ਿਆਦਾ ਹੀ ਭੜਕੇ ਹੋਏ ਸੀ ਨਾ ਲੋਕ। ਤੇ ਕਿਸੇ ਹੋਰ ਤਰ੍ਹਾਂ ਤਾਂ ਭਾਵੇਂ ਨਹੀਂ ਸੀ ਉਹ ਬਦਲਾ ਲਿਆ ਗਿਆ ਉਦੋਂ, ਲੇਕਿਨ ਇਹ ਉਹਨਾਂ ਨੂੰ ਮੌਕਾ ਮਿਲ ਗਿਆ ਇੱਕ ਤਰ੍ਹਾਂ ਦਾ, ਕਿਉਂਕਿ ਜਦੋਂ ਪ੍ਰਦਰਸ਼ਨਕਾਰੀਆਂ ਤੇ ਫਾਇਰਿੰਗ ਦੇ ਹੁਕਮ ਹੋਏ ਨਾ, ਪਹਿਲਾਂ ਉਹਨਾਂ ਨੇ ਕਿਹਾ ਹਵਾ 'ਚ ਗੋਲੀਆਂ ਚਲਾਓ। ਹਵਾ 'ਚ ਗੋਲੀਆਂ ਤੇ ਕੀ ਚਲਾਉਣੀਆਂ ਸੀਗੀਆਂ, ਉਹ ਹਵਾ 'ਚ ਗੋਲੀ ਚਲਾਉਣ ਨਾਲ ਭੀੜ ਭੜਕ ਗਈ। ਤੇ ਜਦੋਂ ਪੁਲਿਸ ਨੂੰ ਲੱਗਾ ਕਿ ਇਹ ਇਹਨਾਂ ਵੱਲ ਆਉਣ ਲੱਗੀ ਹੈ, ਤੇ ਕਿਉਂਕਿ ਪੁਲਿਸ ਜਿਹੜਾ ਮੈਂ ਤੁਹਾਨੂੰ ਦੱਸਿਆ ਕਿ ਥਾਣੇ ਨੂੰ ਅੱਗ ਲਾਈ ਤਾਂ ਜਿਹੜੇ 22 ਪੁਲਿਸ ਸੀਗੇ ਜਿਹੜੇ ਅੰਦਰ ਹੀ ਸੜ ਗਏ ਸੀਗੇ, ਉਹ ਪਿੱਛੇ ਪਿੱਛੇ ਹੁੰਦੇ ਹੁੰਦੇ ਹੀ ਥਾਣੇ 'ਚ ਵੜੇ ਸੀਗੇ ਉਹ। ਅੱਛਾ, ਭੀੜ ਤੋਂ ਭੱਜਦੇ। ਤੇ ਗੁਪਤੇਸ਼ਵਰ ਸਿੰਘ ਜਿਹੜਾ ਇੰਸਪੈਕਟਰ ਸੀਗਾ, ਦਰੋਗਾ ਸੀਗਾ, ਉਸ ਵੇਲੇ ਉਹਨੇ ਗੋਲੀ ਚਲਾਈ, ਪਹਿਲਾਂ ਤਾਂ ਹਵਾ 'ਚ ਚਲਾਈ, ਫਾਇਰਿੰਗ ਕੀਤੀ ਉਹਨੇ। ਤੇ ਜਦੋਂ ਭੀੜ ਨਹੀਂ ਹਟੀ, ਇਹਨੇ ਫਾਇਰਿੰਗ ਕੀਤੀ, 3 ਲੋਕ ਮਰ ਗਏ। ਜਦੋਂ 3 ਲੋਕ ਮਰ ਗਏ, ਫਿਰ ਬਹੁਤ ਬੁਰੀ ਤਰ੍ਹਾਂ ਸਾਰਾ ਗੁੱਸਾ ਭੜਕ ਗਿਆ, ਥਾਣੇ ਨੂੰ ਅੱਗ ਲਾਤੀ, ਚੁੱਕ ਕੇ ਗੁਪਤੇਸ਼ਵਰ ਸਿੰਘ ਨੂੰ ਵੀ ਇਹਨਾਂ ਨੇ ਥਾਣੇ ਉਹਦੇ ਵਿੱਚ ਸਿੱਟ ਦਿੱਤਾ, ਅੱਗ ਦੇ ਵਿੱਚ। ਤੇ ਰੌਲਟ ਐਕਟ ਦਾ ਤੁਹਾਨੂੰ ਪਤਾ ਹੀ ਹੈ, ਰੌਲਟ ਐਕਟ ਦਾ ਗੁੱਸਾ ਸੀਗਾ। ਔਰ 1919 'ਚ ਜਿਹੜਾ ਜਲਿਆਂਵਾਲਾ ਕਾਂਡ ਅੰਮ੍ਰਿਤਸਰ ਦੇ ਵਿੱਚ ਹੋਇਆ, ਉਹਦਾ ਗੁੱਸਾ ਸੀਗਾ। ਕਿਉਂਕਿ ਰੌਲਟ ਐਕਟ ਦੇ ਵਿੱਚ ਇਹ ਸੀਗਾ ਕਿ ਸਰਕਾਰ, ਜਿਹੜੀ ਬ੍ਰਿਟਿਸ਼ ਸਰਕਾਰ ਸੀਗੀ, ਉਹਨੂੰ ਕਿਸੇ ਕਾਨੂੰਨ ਦਾ ਪਾਲਨ ਕੀਤਿਆਂ ਬਗੈਰ ਕਿਸੇ ਨੂੰ ਵੀ ਚੁੱਕ ਕੇ ਅੰਦਰ ਦੇਣ ਦਾ ਅਧਿਕਾਰ ਮਿਲ ਜਾਂਦਾ ਸੀਗਾ। ਰੌਲਟ ਐਕਟ ਇਸ ਟਾਈਪ ਦਾ ਐਕਟ ਸੀਗਾ, ਤੇ ਜਿਹਦੇ ਖਿਲਾਫ ਮਤਲਬ ਜਲਿਆਂਵਾਲਾ ਕਾਂਡ ਹੋਇਆ ਸੀਗਾ। ਤੇ ਉਹ ਇਹ 2-3 ਚੀਜ਼ਾਂ ਦਾ ਜਿਹੜਾ ਗੁੱਸਾ ਸੀ ਨਾ, ਉਸਨੇ ਜਿਹੜਾ ਚੌਰੀ ਚੌਰਾ ਕਾਂਡ ਨੂੰ ਐਕਚੁਅਲੀ ਹਵਾ ਦਿੱਤੀ, ਜਿਹਨੂੰ ਆਪਾਂ ਕਹਿ ਸਕਦੇ ਹਾਂ। ਤੇ ਗਾਂਧੀ ਜੀ ਸ਼ੁਰੂ ਤੋਂ ਹੀ ਜਿਹੜਾ ਹਿੰਸਾ ਦੇ ਖਿਲਾਫ ਸੀਗੇ। ਉਹ ਕਹਿੰਦੇ ਸੀ ਨਹੀਂ ਵੀ ਮੈਂ ਮਤਲਬ ਜਿਹੜਾ ਕੁਝ ਵੀ ਕਰੂੰਗਾ ਉਹ ਮੈਂ ਅਹਿੰਸਕ ਢੰਗ ਨਾਲ ਕਰੂੰਗਾ, ਮੈਂ ਤਾਂ ਮਤਲਬ ਹਿੰਸਾ ਦੇ ਖਿਲਾਫ ਹਾਂ। ਤੇ ਕੁਛ ਜਿਹੜੇ ਵੱਡੇ ਲੀਡਰ ਸੀਗੇ ਉਹ ਕਹਿੰਦੇ ਨਹੀਂ, ਇਹ ਜਿਹੜਾ ਫੈਸਲਾ ਗਾਂਧੀ ਜੀ ਦਾ ਸੀਗਾ ਵਾਪਸ ਲੈਣ ਦਾ, ਇਹ ਉਸ ਵੇਲੇ ਦੀ ਸਭ ਤੋਂ ਵੱਡੀ ਗਲਤੀ ਸੀਗੀ। ਜਿਨ੍ਹਾਂ ਦੇ ਵਿੱਚ ਮੋਤੀ ਲਾਲ ਨਹਿਰੂ ਵੀ ਸੀਗੇ, ਸੁਭਾਸ਼ ਚੰਦਰ ਬੋਸ ਵੀ ਸੀਗੇ, ਹੋਰ ਕਈ ਵੱਡੇ ਲੀਡਰ ਸੀਗੇ ਉਸ ਵੇਲੇ ਦੇ, ਬਹੁਤ ਵੱਡੇ ਵੱਡੇ ਲੀਡਰ ਸੀਗੇ ਜਿਹੜੇ ਜਿਨ੍ਹਾਂ ਦਾ ਜਿਹੜੇ ਲੀਡ ਕਰਦੇ ਸੀ, ਸਮਝ ਲਓ ਕਿ ਜਿਨ੍ਹਾਂ ਨੂੰ ਡਾਇਰੈਕਟਲੀ ਅੰਗਰੇਜ਼ੀ ਸਰਕਾਰ ਜਾਣਦੀ ਸੀ ਬਾਈ ਨੇਮ, ਔਰ ਉਹਨਾਂ ਨੂੰ ਪਹਿਚਾਣਦੀ ਵੀ ਸੀਗੀ। ਉਹਨਾਂ ਲੀਡਰਾਂ ਨੇ ਇਸ ਗੱਲ ਦਾ ਵਿਰੋਧ ਕੀਤਾ ਸੀਗਾ ਕਿ ਗਾਂਧੀ ਜੀ ਨੂੰ ਇਹ ਅਸਹਿਯੋਗ ਅੰਦੋਲਨ ਵਾਪਸ ਨਹੀਂ ਸੀ ਲੈਣਾ ਚਾਹੀਦਾ। ਇਹ ਤਾਂ ਐਕਸ਼ਨ ਦਾ ਰਿਐਕਸ਼ਨ ਸੀਗਾ ਇੱਕ ਤਰ੍ਹਾਂ ਦਾ ਜਿਹੜਾ ਹੋਇਆ। ਕਿਉਂਕਿ ਜਦੋਂ ਪਤਾ ਹੀ ਸੀਗਾ ਕਿ ਅੰਦੋਲਨ ਸ਼ੁਰੂ ਹੋਇਆ ਔਰ ਅੰਦੋਲਨ ਦੇ ਵਿੱਚ ਜੇ ਸਰਕਾਰ ਕਿਸ ਤਰ੍ਹਾਂ ਦੀ ਸਖਤੀ ਕਰਦੀ ਹੈ ਜਾਂ ਕੋਈ ਸਰਕਾਰ ਹਿੰਸਕ ਹੁੰਦੀ ਹੈ, ਤੇ ਅੱਗੇ ਜਿਹੜੀ ਭੀੜ ਹੈਗੀ ਉਹ ਵੀ ਤਾਂ ਹਿੰਸਕ ਹੋ ਹੀ ਸਕਦੀ ਹੈ ਨਾ। ਇਹ ਇਸ ਕਰਕੇ ਇਹ ਬਹੁਤ ਜ਼ਿਆਦਾ ਭੜਕਣ ਦੀ ਜਿਹੜੀ ਵਜ੍ਹਾ ਸੀਗੀ, ਲੋਕਾਂ ਨੂੰ ਜਿਹੜਾ ਗੁੱਸਾ ਸੀਗਾ, ਗੁੱਸਾ ਤਾਂ ਕਿਸੇ ਹੋਰ ਚੀਜ਼ ਦਾ ਸੀਗਾ, ਗੁੱਸਾ ਇਹ ਨਹੀਂ ਸੀਗਾ ਕਿਉਂਕਿ ਗੁੰਡਿਆਂ ਨਾਲ ਉਲਝ ਜਾਣਾ, ਇਹ ਕੋਈ ਗੁੱਸੇ ਵਾਲੀ ਵਜ੍ਹਾ ਇੰਨੀ ਵੱਡੀ ਨਹੀਂ ਹੋ ਸਕਦੀ ਕਿ ਇਹ ਇੰਨਾ ਵੱਡਾ ਕਾਂਡ ਹੋ ਜਾਵੇ। ਉਹ ਗੁੱਸਾ ਉਹੀ ਸੀ 1919 'ਚ ਜਿਹੜਾ ਜਲਿਆਂਵਾਲਾ ਕਾਂਡ ਤੇ ਇੱਕ ਰੌਲਟ ਐਕਟ, ਇਹ ਸਭ ਤੋਂ ਵੱਡੀ ਵਜ੍ਹਾ ਸੀਗੀ। ਤਾਂ ਜਿਹੜੀ ਚੌਰਾ ਚੌਰੀ ਕਾਂਡ ਦੀ ਤੁਸੀਂ ਕਹਿ ਸਕਦੇ ਹੋ ਕਿ ਜਿਹੜਾ ਉਸ ਦਿਨ ਗੌਰੀ ਬਾਜ਼ਾਰ ਦੇ ਵਿੱਚ ਹੋਇਆ। ਇਹ ਜਿਹੜਾ ਅਸਹਿਯੋਗ ਅੰਦੋਲਨ ਹੈ, ਮਤਲਬ ਇਹਨੂੰ ਤਾਂ ਪੂਰਾ ਪਲਾਨ ਕੀਤਾ ਹੋਏਗਾ ਨਾ ਪਹਿਲਾਂ, ਤੇ ਇਹਦੀ ਰੂਪਰੇਖਾ ਕਿੰਨੇ ਤਿਆਰ ਕੀਤੀ ਸੀ? ਇਹ ਨਾ 4 ਸਤੰਬਰ 1920 ਦੇ ਵਿੱਚ ਕਲਕੱਤਾ ਦੇ ਵਿੱਚ ਇੱਕ ਕਾਂਗਰਸ ਦੀ ਕਾਨਫਰੰਸ ਹੋਈ, ਅਧਿਵੇਸ਼ਨ ਆਪਾਂ ਜਿਹਨੂੰ ਕਹਿੰਦੇ, ਉਹਦੇ ਵਿੱਚ ਇਹ ਤਿਆਰੀ ਕੀਤੀ ਗਈ ਕਿ ਅੰਗਰੇਜ਼ਾਂ ਨੂੰ ਤਾਕਤ ਕਿੱਥੋਂ ਮਿਲਦੀ ਹੈ। ਇੱਕ ਤਾਂ ਇਹ ਜਿਹੜਾ ਉਹ ਸਮਾਨ ਵੇਚਦੇ ਹੈ, ਉਹਨਾਂ ਦਾ ਜਿਹੜਾ ਵਿਦੇਸ਼ੀ ਸਮਾਨ ਜਿੰਨਾ ਹੈਗਾ ਉਹਦਾ ਵਿਰੋਧ ਕੀਤਾ ਜਾਵੇ, ਔਰ ਮਹਿੰਗਾਈ ਦਾ ਵਿਰੋਧ ਕੀਤਾ ਜਾਵੇ, ਔਰ ਜਿਹੜੀ ਇਹ ਸ਼ਰਾਬ ਵਿਕਦੀ ਹੈ ਇਹਦਾ ਵਿਰੋਧ ਕੀਤਾ ਜਾਵੇ। ਇਹ ਉਸ ਨੂੰ ਲੈ ਕੇ ਬਕਾਇਦਾ ਉਸ ਅਧਿਵੇਸ਼ਨ ਦੇ ਵਿੱਚ ਇਹ ਰੂਪਰੇਖਾ ਤਿਆਰ ਕੀਤੀ ਗਈ ਸੀਗੀ। ਤਾਂ ਉਹਦੇ ਵਿੱਚ ਇਹ ਵੀ ਪਲਾਨ ਕੀਤਾ ਗਿਆ ਸੀਗਾ ਕਿ ਅਸੀਂ ਹੁਣ ਇਹ ਕਰਨਾ ਹੈ ਕਿ ਭਾਰਤ, ਅੰਗਰੇਜ਼ ਜਿਹੜੇ ਹੈਗੇ ਉਹ ਭਾਰਤ ਛੱਡਣ। ਇੰਨਾ ਮਤਲਬ ਹਰ ਚੀਜ਼ ਦਾ ਬਹਿਸ਼ਕਾਰ ਕਰੋ। ਉਹਨਾਂ ਨੇ ਕਿਹਾ ਕਿ ਹਰ ਚੀਜ਼ ਦਾ ਬਹਿਸ਼ਕਾਰ ਕਰੋ, ਜਿਸ ਨੂੰ ਲੈ ਕੇ ਹੌਲੀ ਹੌਲੀ ਜਿਹੜਾ ਲੋਕਾਂ ਨੇ ਅੰਗਰੇਜ਼ਾਂ ਦਾ ਜਿਹੜਾ ਹੈਗਾ ਇੰਗਲਿਸ਼ ਸਮਾਨ ਸੀਗਾ, ਬ੍ਰਿਟਿਸ਼ ਜਿਹੜਾ ਸੀਗਾ ਇੰਪੋਰਟਡ ਸਮਾਨ ਸੀਗਾ, ਉਹ ਖਰੀਦਣਾ ਬੰਦ ਕਰ ਦਿੱਤਾ। ਅਸਹਿਯੋਗ ਅੰਦੋਲਨ ਜਿਹੜਾ ਨਾ, ਉਹ ਆਪਾਂ ਜਿਹੜੀ ਕਹਿ ਸਕਦੇ ਹਾਂ ਕਿ ਉਦੋਂ ਉਸ ਦੌਰਾਨ ਨਾ ਮੁਸਲਮਾਨਾਂ ਨੇ ਖਿਲਾਫਤ ਅੰਦੋਲਨ ਸ਼ੁਰੂ ਕੀਤਾ ਹੋਇਆ ਸੀਗਾ। ਹੈ ਤਾਂ ਉਹ ਵੀ ਚੀਜ਼ ਸੇਮ ਹੀ ਹੈ, ਅਸਹਿਯੋਗ ਤੇ ਖਿਲਾਫਤ ਸੇਮ ਚੀਜ਼ ਹੀ ਹੈ। ਤੇ ਅੰਗਰੇਜ਼ਾਂ ਨੇ ਉਦੋਂ ਮੁਸਲਮਾਨਾਂ ਨੇ ਵੀ ਜਿਹੜਾ ਇਹ ਅਸਹਿਯੋਗ ਅੰਦੋਲਨ ਨੂੰ ਸਹਿਯੋਗ ਕੀਤਾ ਸੀਗਾ ਕਿ ਵੀ ਅਸੀਂ ਵੀ ਨਾਲ ਤੁਹਾਡੇ ਚੱਲਾਂਗੇ। ਤੇ ਉਸ ਦੌਰਾਨ ਕੀ ਹੋਇਆ ਕਿ ਉਸ ਅਧਿਵੇਸ਼ਨ 'ਚ ਇਹ ਵੀ ਕਿਹਾ ਗਿਆ ਕਿ ਵੀ ਜਿੰਨੇ ਵੀ ਬੱਚੇ ਹੈਗੇ ਆ ਉਹ ਸਕੂਲ ਭੇਜਣਾ ਬੰਦ ਕਰੋ, ਆਪਣੇ ਬੱਚਿਆਂ ਨੂੰ ਕਾਲਜ ਭੇਜਣਾ ਬੰਦ ਕਰੋ, ਔਰ ਜਿਹੜੇ ਨੌਕਰੀਆਂ ਕਰਦੇ ਇਹਨਾਂ ਦੇ ਖਿਲਾਫ ਜਿਹੜੇ ਜੇ ਉਹ ਰੁਕ ਸਕਦੇ ਆ ਤਾਂ ਉਹ ਵੀ ਰੁਕਣ। ਤੇ ਸਕੂਲ ਕਾਲਜ ਤਕਰੀਬਨ ਬੰਦ ਹੋਣੇ ਸ਼ੁਰੂ ਹੋ ਗਏ। ਉਹ ਸਰਕਾਰ ਦੇ ਲਈ ਜਿਹੜਾ ਇੱਕ ਚੈਲੰਜ ਬਣ ਗਿਆ ਕਿ ਇਹ ਸਭ ਕੁਝ
ਇਸੇ ਅੰਦੋਲਨ ਕਰਕੇ ਹੋ ਰਿਹਾ। ਤਾਂ ਕਰਕੇ ਇਹ ਜਿਹੜਾ ਅਸਹਿਯੋਗ ਅੰਦੋਲਨ ਹੈ ਇਸ ਦਾ ਆਕਾਰ ਵੱਡਾ ਹੁੰਦਾ ਗਿਆ, ਕਿਉਂਕਿ ਉਹਦੇ 'ਚ ਬਹੁਤ ਕੁਝ ਸ਼ਾਮਲ ਸੀ। ਅੰਗਰੇਜ਼ ਜਿਹੜੇ ਹੈਗੇ ਆ ਉਹਨਾਂ ਨੂੰ ਤਾਕਤ ਜਿਹੜੀ ਚੀਜ਼ਾਂ ਤੋਂ ਮਿਲਦੀ ਸੀਗੀ, ਆਪਾਂ ਕਹਿ ਸਕਦੇ ਹਾਂ ਕਿ ਫਾਈਨੈਂਸ਼ੀਅਲੀ ਮਜ਼ਬੂਤੀ ਜਿਹੜੀ ਮਿਲਦੀ ਸੀਗੀ ਉਹ ਇਹਨਾਂ ਚੀਜ਼ਾਂ ਤੋਂ ਮਿਲਦੀ ਸੀਗੀ, ਜਿਹੜਾ ਲੋਕ ਸਮਾਨ ਖਰੀਦਦੇ ਸੀਗੇ। ਫਿਰ ਲੋਕਾਂ ਨੇ ਉਹਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ, ਬੱਚਿਆਂ ਨੇ ਸਕੂਲ ਜਾਣਾ ਬੰਦ ਕਰ ਦਿੱਤਾ। ਅਸਹਿਯੋਗ ਅੰਦੋਲਨ ਨੂੰ ਵੀ, ਕਿਉਂਕਿ 20 ਤੋਂ ਬਾਅਦ ਸ਼ੁਰੂ ਹੋਇਆ, 2 ਸਾਲ ਤਕਰੀਬਨ ਹੋ ਚੁੱਕੇ ਸੀਗੇ। ਅਤੇ ਜਦੋਂ ਗਾਂਧੀ ਜੀ ਨੇ 2 ਸਾਲ ਬਾਅਦ ਉਸ ਅੰਦੋਲਨ ਨੂੰ ਵਾਪਸ ਲੈ ਲਿਆ ਨਾ, ਉਹ ਲੋਕਾਂ ਜਿਹੜੇ ਉਸ ਵੇਲੇ ਵੱਧ ਚੜ੍ਹ ਕੇ ਸਾਹਮਣੇ ਆਏ ਸੀਗੇ, ਜਾਂ ਜਿਨ੍ਹਾਂ ਨੇ ਸਮਝ ਲਓ ਜਾਨ ਗਵਾਈ ਹੈ ਉਸ ਗੌਰੀ ਬਾਜ਼ਾਰ ਦੇ ਵਿੱਚ ਫਾਇਰਿੰਗ ਦੇ ਵਿੱਚ ਜਿਨ੍ਹਾਂ ਨੇ ਜਾਨ ਗਵਾਈ, ਉਹ ਬਹੁਤ ਖਫਾ, ਉਹਨਾਂ ਦੇ ਪਰਿਵਾਰ ਵਾਲੇ ਬਹੁਤ ਖਫਾ ਹੋ ਗਏ, ਜਾਂ ਜਿਹੜੇ ਲੀਡਰ ਅੱਗੇ ਚੱਲ ਰਹੇ ਸੀਗੇ ਨਾਲ, ਉਹ ਬਹੁਤ ਖਫਾ ਹੋ ਗਏ ਕਿ ਇੰਨਾ ਲੰਮਾ ਅਸੀਂ ਵਿਰੋਧ ਕੀਤਾ ਅੰਗਰੇਜ਼ ਸਰਕਾਰ 'ਤੇ, ਉਹਦਾ ਜਦੋਂ ਅਸਰ ਹੋਣਾ ਸ਼ੁਰੂ ਹੋਇਆ ਅਤੇ ਗਾਂਧੀ ਜੀ ਨੇ ਉਹ ਉਸ ਨੂੰ ਵਾਪਸ ਲੈ ਲਿਆ। ਜਦ ਕਿ ਇਹ ਜਿਹੜਾ ਅਧਿਵੇਸ਼ਨ ਸੀਗਾ, ਜਿਹਨੂੰ ਕਾਨਫਰੰਸ ਆਪਾਂ ਕਹਿੰਦੇ ਹਾਂ ਕਾਂਗਰਸ ਦੀ, ਉੱਥੇ ਬੈਠ ਕੇ ਜਿਹੜਾ ਫੈਸਲਾ ਹੋਇਆ, ਤਾਂ ਗਾਂਧੀ ਜੀ ਨੂੰ ਇਹ ਵਾਪਸ ਲੈਣ ਤੋਂ ਪਹਿਲਾਂ ਵੀ ਇੱਕ ਕਾਨਫਰੰਸ ਬੁਲਾ ਕੇ ਜਾਂ ਵੱਡੇ ਲੀਡਰਾਂ ਨਾਲ ਬਿਠਾ ਕੇ ਤੇ ਇਹ ਫੈਸਲਾ ਲੈਣਾ ਚਾਹੀਦਾ ਸੀਗਾ ਕਿ ਵੀ ਮੈਂ ਇਸ ਨੂੰ ਵਾਪਸ ਲੈਣਾ ਚਾਹੁੰਦਾ ਵਾਂ। ਫਿਰ ਜੇ ਲੀਡਰ ਕਹਿੰਦੇ ਕਿ ਵਾਪਸ ਲੈ ਲਓ ਤਾਂ ਲੈ ਲੈਣਾ ਚਾਹੀਦਾ ਸੀਗਾ, ਜੇ ਨਹੀਂ ਕਹਿੰਦੇ ਵਾਪਸ ਲੈਣ ਨੂੰ ਤੇ ਜਦੋਂ ਇਹ ਕਾਂਡ ਹੋ ਗਿਆ ਕੁਝ ਦਿਨ ਰੁਕ ਜਾਂਦੇ, ਉਸ ਤੋਂ ਬਾਅਦ ਫਿਰ ਸ਼ੁਰੂ ਹੋ ਜਾਂਦਾ ਕੰਮ। ਲੇਕਿਨ ਉਹ ਉਸ ਦੌਰਾਨ ਜਿਹੜੇ ਗਾਂਧੀ ਜੀ ਨੇ ਕੀ ਕੀਤਾ, ਇਹ ਫੈਸਲਾ ਲਿਆ ਕਿ ਨਹੀਂ ਜੀ ਇਹ ਹੁਣ ਅਸਹਿਯੋਗ ਅੰਦੋਲਨ ਹੈ, ਇਹ ਇੱਥੇ ਰੋਕ ਦਿੱਤਾ ਜਾਵੇ, ਔਰ ਆਪ 5 ਦਿਨ ਦੀ ਹੜਤਾਲ 'ਤੇ ਚਲੇ ਗਏ, ਭੁੱਖ ਤਾਂ ਨਹੀਂ, ਹੜਤਾਲ 'ਤੇ ਚਲੇ ਗਏ। ਲੇਕਿਨ ਉਹਨਾਂ ਨੇ ਫਿਰ ਜਿਹੜੇ ਲੀਡਰਾਂ ਨੇ ਇਹਦਾ ਵਿਰੋਧ ਕੀਤਾ, ਉਹਨਾਂ ਦਾ ਜ਼ਾਹਿਰ ਹੈ ਕਿ ਥੋੜ੍ਹਾ ਮੋਰਲ ਡਾਊਨ ਜਿਹੜਾ ਉਹ ਹੋ ਗਿਆ। ਮੋਤੀ ਲਾਲ ਨਹਿਰੂ ਨੇ ਤਾਂ ਬਕਾਇਦਾ ਇਹ ਗੱਲ ਕਹੀ ਸੀਗੀ, ਕਿਤਾਬਾਂ ਦੇ ਵਿੱਚ ਵੀ ਇਹ ਲਿਖਿਆ ਮਿਲਦਾ ਹੈ, ਉਸ ਵੇਲੇ ਦੇ ਇਤਿਹਾਸ ਦੇ ਵਿੱਚ ਵੀ ਇਹ ਲਿਖਿਆ ਮਿਲਦਾ ਹੈ ਕਿ ਮੋਤੀ ਲਾਲ ਜਿਹੜੇ ਹੈਗੇ ਸੀਗੇ ਨਹਿਰੂ, ਉਹਨਾਂ ਨੇ ਕਿਹਾ ਸੀਗਾ ਕਿ ਜੇ ਗਾਂਧੀ ਜੀ ਇਹ ਫੈਸਲਾ ਨਾ ਲੈਂਦੇ, ਅਸਹਿਯੋਗ ਅੰਦੋਲਨ ਵਾਪਸ ਨਾ ਲੈਂਦੇ, ਤੇ ਸਾਨੂੰ ਆਜ਼ਾਦੀ ਵਾਸਤੇ 1947 ਦੀ ਉਡੀਕ ਨਹੀਂ ਸੀ ਕਰਨੀ ਪੈਣੀ। 1947 ਤੋਂ ਪਹਿਲਾਂ ਹੀ ਸਾਨੂੰ ਆਜ਼ਾਦੀ ਜਿਹੜੀ ਆ ਉਹ ਮਿਲ ਜਾਣੀ ਸੀ, ਕਿਉਂਕਿ ਅੰਗਰੇਜ਼ ਜਿਹੜੇ ਆ ਉਹ ਡਾਵਾਡੋਲ ਹੋ ਗਏ ਸੀਗੇ ਜਦੋਂ ਸਮਾਨ ਵਿਕਣਾ ਸ਼ੁਰੂ। ਕਿਉਂਕਿ ਕਾਫੀ ਹੱਦ ਤੱਕ ਕੋਈ ਵੀ ਸਰਕਾਰ ਹੈ ਉਹਨੂੰ ਜਦੋਂ ਆਰਥਿਕ ਨੁਕਸਾਨ ਹੋਣਾ ਸ਼ੁਰੂ ਹੋ ਜਾਵੇ, ਜਿਸ ਤਰ੍ਹਾਂ ਤੁਸੀਂ ਹੁਣ ਇਸ ਵੇਲੇ ਮੌਜੂਦਾ ਟਾਈਮ 'ਤੇ ਤੁਸੀਂ ਪਾਕਿਸਤਾਨ ਦਾ ਹਾਲ ਦੇਖ ਸਕਦੇ ਹੋ। ਪਾਕਿਸਤਾਨ ਦਾ ਜਿੱਦਾਂ ਆਰਥਿਕ ਹਾਲਾਤ ਬਹੁਤ ਵਿਗੜੇ ਹੋਏ ਹੈ, ਔਰ ਪਾਕਿਸਤਾਨ ਸਰਕਾਰ ਜਿਹੜੀ ਹੈ ਉਹ ਡਾਵਾਡੋਲ ਹੋ ਪਈ ਹੈ। ਲੋਕ ਉੱਥੇ ਇੰਨੀ ਕੁ ਮਹਿੰਗਾਈ ਹੋ ਗਈ ਹੈ, ਅੱਜ ਮੈਂ ਦੇਖਿਆ ਕਿ ਉੱਥੇ ਚਾਹ ਪੱਤੀ ਜਿਹੜੀ ਹੈ ਉਹ 2500 ਰੁਪਏ ਕਿਲੋ ਵਿਕਣ ਡਈ ਹੈ। ਹਾਲਾਂਕਿ ਕਿਹਾ ਤਾਂ ਇਹ ਜਾ ਰਿਹਾ ਕਿ 7 ਟਰੱਕ ਕਿਤੇ ਫਸੇ ਹੋਏ ਆ ਤਾਂ ਕਰਕੇ ਇੰਨਾ ਮਹਿੰਗਾ ਹੋਇਆ, ਲੇਕਿਨ ਉੱਥੇ ਹਰ ਚੀਜ਼ ਮਹਿੰਗੀ ਹੋ ਗਈ ਹੈ, ਕਿਉਂਕਿ ਉਹ ਬਿਲਕੁਲ ਜਿਹੜੀ ਅਰਥ ਵਿਵਸਥਾ ਹੈ ਨਾ, ਆਪਾਂ ਕਹਿੰਦੇ ਆ, ਉਹ ਉੱਥੇ ਡਾਵਾਡੋਲ ਹੋ ਪਈ ਹੈ। ਅਤੇ ਉਹੀ ਸੀਗਾ ਕਿ ਉਸ ਵੇਲੇ ਜਿਹੜੀ ਸਰਕਾਰ ਸੀ, ਹੁਕੂਮਤ ਜਿਹੜੀ ਬ੍ਰਿਟਿਸ਼ ਸਰਕਾਰ ਸੀਗੀ, ਬ੍ਰਿਟਿਸ਼ ਸਰਕਾਰ ਦੀ ਜਦੋਂ ਆਰਥਿਕ ਤੌਰ 'ਤੇ ਉਹਨੂੰ ਨੁਕਸਾਨ ਹੋਣਾ ਸ਼ੁਰੂ ਹੋਇਆ ਨਾ, ਉਸ ਨੂੰ ਲੱਗਾ ਕਿ ਹੁਣ ਜਿਹੜਾ ਇਹ ਮੁਸ਼ਕਿਲ ਹੋ ਗਿਆ। ਹਾਂ, ਮੁਸ਼ਕਿਲ ਹੋ ਗਿਆ। ਅਤੇ ਉਹਨਾਂ ਨੇ ਫਿਰ ਤਾਂ ਹੀ ਵਿੱਚੋਂ, ਕਿਉਂਕਿ ਉਹਨਾਂ ਦੇ ਥੋੜ੍ਹਾ ਜਿਹਾ ਪਾੜੋ ਤਾਂ ਰਾਜ ਕਰੋ ਵਾਲਾ ਸਿਸਟਮ ਸੀ ਨਾ ਅੰਗਰੇਜ਼ਾਂ ਦਾ, ਪਾੜੋ ਤਾਂ ਰਾਜ ਕਰੋ, ਫਿਰ ਉਹਨਾਂ ਨੇ ਵਿੱਚੋਂ ਕੁਛ ਐਸੇ ਬੰਦੇ ਭੇਜੇ ਹੋਣੇ ਆ ਜਿਨ੍ਹਾਂ ਨੇ ਚੌਰੀ ਕਾਂਡ ਨੂੰ ਭੜਕਾਇਆ। ਔਰ ਉਸ ਕਾਂਡ ਦੇ ਭੜਕਣ ਨਾਲ ਉਹਨੂੰ ਪਤਾ ਸੀ ਕਿ ਜਦੋਂ ਹਿੰਸਾ ਹੋਈ ਤੇ ਮਹਾਤਮਾ ਗਾਂਧੀ ਹੀ ਇਹਨਾਂ ਨੂੰ ਲੀਡ ਕਰਦੇ ਆ, ਤੇ ਮਹਾਤਮਾ ਗਾਂਧੀ ਨੇ ਹਿੰਸਾ ਬਰਦਾਸ਼ਤ ਨਹੀਂ ਕਰਨੀ। ਇਹ ਕਾਫੀ ਹੱਦ ਤੱਕ ਇਹਦੇ ਵਿੱਚ ਇਹ ਵੀ ਹੋਇਆ ਹੋਊਗਾ ਕਿ ਜਿਹੜਾ ਗਾਂਧੀ ਜੀ ਨੇ ਦੇ ਵਾਪਸ ਲੈਣ ਦਾ ਕਾਰਨ ਇਹ ਵੀ ਹੋਇਆ ਹੋ ਸਕਦਾ ਕਿ ਵਿੱਚੋਂ ਕੁਛ ਐਸਾ ਕਰਵਾਇਆ ਗਿਆ ਹੋਵੇ। ਕਿਉਂਕਿ ਜਿੱਦਾਂ ਹੁਣ ਗੁਪਤੇਸ਼ਵਰ ਸਿੰਘ ਦੀ ਮੈਂ ਗੱਲ ਕਰ ਰਿਹਾ, ਇੰਸਪੈਕਟਰ ਸੀਗੇ ਜਿਹੜੇ ਦਰੋਗਾ, ਉਹਨਾਂ ਦਾ ਜਦੋਂ ਇੱਕ ਛੋਟੇ ਜਿਹੇ ਅੰਦੋਲਨ, ਕੋਈ ਬਹੁਤ ਜਿਹੜਾ ਚੋਰੀ ਕਾਂਡ ਤੋਂ ਪਹਿਲਾਂ ਜਿਹੜਾ ਬਾਜ਼ਾਰ ਦੇ ਵਿੱਚ ਧਰਨਾਬਾਜ਼ੀ ਹੋ ਰਹੀ ਸੀਗੀ, ਕੋਈ ਐਡਾ ਵੱਡਾ ਨਹੀਂ ਸੀਗਾ, 2200 ਲੋਕ ਸੀਗੇ, ਅਤੇ ਉਹਨਾਂ ਨੂੰ ਜੇ ਇੱਕ ਸਰਕਾਰ ਨੂੰ ਦੇ ਵਾਸਤੇ ਉਹਨਾਂ ਨੂੰ ਰੋਕਣਾ ਕੋਈ ਬਹੁਤ ਜ਼ਿਆਦਾ ਮੁਸ਼ਕਿਲ ਨਹੀਂ ਸੀ। ਇਸ ਦੇ ਬਾਵਜੂਦ ਉਹ ਕਿਉਂ ਭੜਕਾਇਆ ਗਿਆ ਇੱਕ ਤਰ੍ਹਾਂ ਦਾ, ਅਤੇ ਗੋਲੀ ਚਲਾਈ ਗਈ, ਬੰਦੇ ਮਾਰ ਦਿੱਤੇ ਗਏ, ਜਿਸ ਕਰਕੇ ਇੱਕਦਮ ਭੜਕ ਗਈ ਭੀੜ, ਅਤੇ ਇਹ ਐਡਾ ਵੱਡਾ ਕਾਂਡ ਜਿਹੜਾ ਉਹ ਹੋ ਗਿਆ। ਇਹ ਘਟਨਾ ਜਿਹੜੀ ਹੈ ਨਾ, ਐਕਚੁਅਲੀ ਮੁੰਡੇਰ ਬਾਜ਼ਾਰ ਵੀ ਹੈਗਾ ਉੱਥੇ ਨੇੜੇ ਤੇੜੇ, ਇਹ ਦੋਨੋਂ ਬਾਜ਼ਾਰ ਸੀਗੇ, ਇੱਕ ਗੌਰੀ ਬਾਜ਼ਾਰ ਅਤੇ ਮੁੰਡੇਰ ਬਾਜ਼ਾਰ। ਇਹ 10-12 ਦਿਨ ਜਿਹੜੇ ਪਹਿਲਾਂ ਤੁਸੀਂ ਕਹਿ ਸਕਦੇ ਹੋ ਕਿ ਸ਼ੁਰੂਆਤ ਐਕਚੁਅਲੀ ਹੋਈ ਸੀਗੀ ਜਦੋਂ ਇਹ ਚੌਰੀ ਕਾਂਡ ਹੋਇਆ ਨਾ, ਉਸ ਤੋਂ 12-13 ਦਿਨ ਦੇ ਵਿੱਚ ਹੀ ਇਹ ਸਭ ਕੁਛ ਹੋ ਗਿਆ। ਧਰਨਾ ਦਿੱਤਾ, ਉਹ ਸੰਤ ਬਖਸ਼ ਸਿੰਘ ਦੇ ਬੰਦੇ ਆਏ, ਕੁੱਟਮਾਰ ਹੋਈ, ਉਹਨਾਂ ਨੇ ਖਦੇੜਿਆ ਪਹਿਲਾਂ ਉਹਨਾਂ ਨੂੰ, ਬਾਅਦ 'ਚ ਅੰਦੋਲਨਕਾਰੀ ਫਿਰ ਤੋਂ ਆਏ, ਫਿਰ ਝਗੜਾ ਹੋਇਆ। ਇਹ ਮਤਲਬ 10-12 ਦਿਨ ਦੇ ਵਿੱਚ ਹੀ ਇਹ ਸਾਰਾ ਕੁਝ ਹੋਇਆ, ਔਰ ਐਡਾ ਵੱਡਾ ਜਿਹੜਾ ਕਾਂਡ ਹੋ ਗਿਆ। ਔਰ ਇਸ ਕਾਂਡ ਤੋਂ ਬਾਅਦ ਤੁਸੀਂ ਦੇਖੋ ਕਿ
ਤਕਰੀਬਨ 19 ਲੋਕਾਂ ਨੂੰ 19 ਪ੍ਰਦਰਸ਼ਨਕਾਰੀਆਂ ਨੂੰ ਫਾਂਸੀ ਦਿੱਤੀ ਸੀਗੀ ਸਰਕਾਰ ਨੇ। ਬਹੁਤ ਵੱਡਾ ਕਾਂਡ ਇਸੇ ਕਰਕੇ ਗਿਣਿਆ ਜਾਂਦਾ ਹੈ ਕਿ ਇੱਕ ਤਾਂ ਅੱਗ 'ਚ ਸੜ ਕੇ ਤੇ 22-23 ਲੋਕ ਮਰੇ, ਕਿਉਂਕਿ 22 ਤਾਂ ਵਿੱਚ ਸੜ ਗਏ ਸੀਗੇ ਤੇ 23 ਗੁਰਤੇਸ਼ਵਰ ਸਿੰਘ ਨੂੰ 23ਵੇਂ ਵਿੱਚ ਚੁੱਕੇ ਵਿੱਚ ਉਹਨਾਂ ਨੇ ਅੱਗ 'ਚ ਸਿੱਟਤਾ ਸੀਗਾ। 23 ਉਹ ਹੋ ਗਏ ਤੇ ਅੱਗੋਂ 19 ਲੋਕਾਂ ਨੂੰ ਫਾਂਸੀ ਹੋਈ। ਇਹ ਬਹੁਤ ਵੱਡਾ ਜਿਹੜਾ ਉਹ ਮੰਨਿਆ ਜਾ ਰਿਹਾ ਸੀਗਾ ਕਿ ਐਡਾ ਬਲਕ 'ਚ ਜਿਹੜਾ ਉਹ ਸੀ ਨਾ ਬਲੀਦਾਨ ਔਰ ਬਲਕ ਸੇ 'ਚ ਜਿਹੜੀ ਜਾਨ ਗਈ ਹੈ, ਉਹ ਇੱਕ ਵੱਡੀ ਘਟਨਾ ਨੂੰ ਦੀ ਉਹ ਦਾਇਰਾ ਬਣਾਉਂਦਾ ਸੀਗਾ, ਜਿਸ ਕਰਕੇ ਇਹ ਸਾਰਾ ਇਸ ਨੂੰ ਇਸ ਕਰਕੇ ਕਿਹਾ ਜਾਂਦਾ ਕਿ ਇਹ ਇਤਿਹਾਸ ਦੀ ਵੱਡੀ ਘਟਨਾਵਾਂ ਵਿੱਚੋਂ ਇੱਕ, ਜਿਹੜੇ ਇਤਿਹਾਸ ਦੀਆਂ ਵੱਡੀਆਂ, ਕਿਉਂਕਿ ਜਦੋਂ ਫਿਰ ਵੰਡ ਹੋਈ ਹੈ ਉਸ ਤੋਂ ਬਾਅਦ ਤਾਂ ਫਿਰ ਬਹੁਤ ਜ਼ਿਆਦਾ ਉਹ ਹੋ ਗਈ ਸੀ ਨਾ, ਹਿੰਸਾ ਹੋ ਗਈ ਸੀ, ਲੇਕਿਨ ਉਸ ਤੋਂ ਪਹਿਲਾਂ ਇਹ ਇੱਕ ਵੱਡਾ ਕਾਂਡ ਜਿਹੜਾ ਉਹ ਮੰਨਿਆ ਜਾ ਸਕਦਾ ਹੈ ਕਿ ਆਜ਼ਾਦੀ ਤੋਂ ਦੇ ਅੰਦੋਲਨ ਦੌਰਾਨ ਇੱਕ ਵੱਡਾ ਕਾਂਡ ਸੀਗਾ, ਚੌਰੀ ਚੌਰਾ ਕਾਂਡ ਜਿਹੜਾ। ਜਦੋਂ ਤੁਸੀਂ ਦੱਸਿਆ ਕਿ ਅੰਦੋਲਨ ਜਿਹੜਾ ਹੈਗਾ ਸੀ ਬਹੁਤ ਇੱਕ ਖਤਰਨਾਕ ਕਿਸਮ ਦਾ ਬਣ ਚੁੱਕਿਆ ਸੀ, ਹੋਰ ਕੋਈ ਵੱਡੀ ਗੱਲ ਜੋ ਸਾਂਝੀ ਕਰ ਸਕਦੇ ਹਾਂ ਅਸੀਂ? ਵੱਡੀ ਗੱਲ ਇਹਦੇ 'ਚ ਇੱਕ ਹੋਰ ਹੈ, ਜਿੱਦਾਂ ਮੈਂ ਤੁਹਾਨੂੰ ਦੱਸਿਆ ਸੀਗਾ ਕਿ ਇੱਕ ਤਾਂ 1919 ਵਾਲਾ ਕਾਂਡ ਜਿਹੜਾ ਸੀਗਾ ਜਲਿਆਂਵਾਲਾ ਬਾਗ ਵਾਲਾ, ਉਹ ਰੌਲਟ ਐਕਟ, ਇਹਦਾ ਗੁੱਸਾ। ਤੇ ਉਸ ਦੌਰਾਨ ਜਦੋਂ ਇਹ ਭੀੜ ਉੱਥੇ ਜਮ੍ਹਾਂ ਹੋਈ ਸੀ, ਪ੍ਰਦਰਸ਼ਨਕਾਰੀ ਉੱਥੇ ਜਮ੍ਹਾਂ ਹੋਏ ਸੀ ਨਾ, ਉਸ ਦੌਰਾਨ ਉਸ ਭੀੜ ਦੇ ਇੱਕ ਪੁਲਿਸ ਮੁਲਾਜ਼ਮ ਨੇ ਜਾ ਕੇ ਇੱਕ ਪ੍ਰਦਰਸ਼ਨਕਾਰੀ ਦੇ ਸਿਰ ਤੋਂ ਗਾਂਧੀ ਟੋਪੀ ਖਿੱਚੀ, ਥੱਲੇ ਸਿੱਟ ਕੇ ਨਾ ਉਹਨੂੰ ਪੈਰ ਨਾਲ ਕੁਚਲਣ ਲੱਗ ਪਿਆ। ਇਹਨੂੰ ਇਹ ਵੀ ਮੰਨਿਆ ਜਾ ਸਕਦਾ ਕਿ ਇਹ ਉਸੇ ਦੌਰਾਨ ਹੀ ਹਿੰਸਾ ਭੜਕੀ, ਕਿਉਂਕਿ ਜਦੋਂ ਗਾਂਧੀ ਟੋਪੀ ਨੂੰ ਪੈਰ ਨਾਲ ਕੁਚਲਿਆ ਤੇ ਉਹ ਇੱਕ ਅਜਿਹਾ ਮਤਲਬ ਪਲ ਸੀਗਾ, ਇੱਦਾਂ ਅਜਿਹਾ ਮੌਕਾ ਸੀਗਾ ਜਦੋਂ ਸਭ ਕੁਝ ਜਿਹੜਾ ਉਹ ਪੁਲਿਸ ਦੇ ਹੱਥੋਂ ਨਿਕਲ ਗਿਆ। ਉਦੋਂ ਫਿਰ ਲੋਕੀ ਭੜਕ ਗਏ, ਬਹੁਤ ਬੁਰੀ ਤਰ੍ਹਾਂ ਭੜਕ ਗਏ। ਤਾਂ ਉਹਨਾਂ ਨੇ ਫਿਰ ਜਿਹੜਾ ਉਹ ਕੁੱਟਮਾਰ ਸ਼ੁਰੂ, ਜ਼ਾਹਿਰ ਹੈ ਕਿ ਪਥਰਾਅ ਸ਼ੁਰੂ ਕੀਤਾ, ਪਹਿਲਾਂ ਪਥਰਾਅ ਸ਼ੁਰੂ ਕੀਤਾ, ਉਸ ਤੋਂ ਬਾਅਦ ਗੁੱਥਮ ਗੁੱਥਾ ਹੋਏ, ਉਸ ਤੋਂ ਬਾਅਦ ਲਾਠੀਆਂ ਚੱਲੀਆਂ, ਪੁਲਿਸ ਨੇ ਵੀ ਚਲਾਈ, ਉਧਰੋਂ ਵੀ ਜ਼ਾਹਿਰ ਹੈ ਕਿ ਵਿੱਚ ਫਿਰ ਉਹਦੇ ਬਖਸ਼ ਸਿੰਘ ਦੇ ਲੋਕ ਵੀ ਸੀਗੇ, ਕਿਉਂਕਿ ਜਦੋਂ ਵੀ ਦੋ ਕੋਈ ਸੰਸਥਾਵਾਂ ਕਹਿ ਲਓ, ਇੱਕ ਤਾਂ ਪ੍ਰਦਰਸ਼ਨਕਾਰੀ ਹੋ ਗਏ, ਇੱਕ ਪਾਸੇ ਪੁਲਿਸ ਹੋ ਗਈ, ਆਮੋ ਸਾਹਮਣੇ ਹੋਣ, ਜੇ ਕਿਸੇ ਵੀ ਪਾਸਿਓਂ ਇੱਕ ਪਾਸੇ ਕੋਈ ਪਥਰਾਅ ਕਰ ਦੇਵੇ ਜਾਂ ਕੁਝ ਭੜਕਾਣਾ ਹੋਵੇ ਤੇ ਉਹ ਇਹ ਵੀ ਹੋ ਸਕਦਾ ਸੀਗਾ ਕਿ ਪਥਰਾਅ ਜਿਹੜਾ ਹੈਗਾ ਸ਼ੁਰੂਆਤ ਉਹਨਾਂ ਨੇ ਕੀਤੀ ਹੋਵੇ, ਕਿਉਂਕਿ ਉਹ ਸ਼ੁਰੂ ਤੋਂ ਹੀ ਇਹ ਚਾਹੁੰਦੇ ਸੀਗੇ ਕਿ ਇਹ ਮਾਮਲਾ ਭੜਕੇ ਤੇ ਧਰਨਾ ਖਤਮ ਹੋਵੇ। ਲੇਕਿਨ ਧਰਨਾ ਖਤਮ ਹੋਣ ਦੀ ਬਜਾਏ ਇੰਨਾ ਕੁ ਜ਼ਿਆਦਾ ਇਹ ਮਾਮਲਾ ਭੜਕ ਗਿਆ ਕਿ ਬਾਅਦ 'ਚ ਜਿਹੜਾ ਉਹ ਸਰਕਾਰ ਨੂੰ ਹੀ ਇਹਦੇ 'ਚ ਦਖਲ ਦੇਣਾ ਪਿਆ ਔਰ ਅਲਟੀਮੇਟਲੀ 19 ਲੋਕਾਂ ਨੂੰ ਇਸ ਮਾਮਲੇ ਦੇ ਵਿੱਚ ਫਾਂਸੀ ਦੀ ਸਜ਼ਾ ਦਿੱਤੀ ਗਈ, ਉਹਨਾਂ ਨੂੰ ਫਾਂਸੀ ਵੀ ਦਿੱਤੀ ਗਈ। ਜਿਹੜਾ ਅੰਦੋਲਨ ਇੰਨਾ ਜ਼ਿਆਦਾ ਭੜਕ ਗਿਆ ਹੈ, ਪੁਲਿਸ ਦੇ ਵੱਲੋਂ ਵੀ ਤਾਂ ਜਵਾਬੀ ਕਾਰਵਾਈ ਕੀਤੀ ਗਈ ਹੋਏਗੀ ਕਿ ਇੱਕਦਮ ਜਿਹੜੇ ਜਾ ਕੇ ਹਮਲਾ ਕਰ ਦਿੱਤਾ ਅੰਦੋਲਨਕਾਰੀਆਂ ਵੱਲੋਂ? ਨਹੀਂ, ਦੇਖੋ ਹੁੰਦਾ ਕੀ ਹੈ ਕਿ ਜਦੋਂ ਦੋ ਚਿਹਰੇ ਆਮਣੇ ਸਾਹਮਣੇ, ਦੋ ਭੀੜਾਂ ਆਮਣੇ ਸਾਹਮਣੇ ਹੋਣੀ, ਭੀੜਾਂ ਮੀਨ ਮਤਲਬ ਆਪਾਂ ਕਹਿ ਸਕਦੇ ਹਾਂ ਕਿ ਇੱਕ ਪਾਸੇ ਪ੍ਰਦਰਸ਼ਨਕਾਰੀ ਹੋ ਗਏ, ਇੱਕ ਪਾਸੇ ਪੁਲਿਸ ਹੋ ਗਈ, ਤੇ ਜਦੋਂ ਇਹਨਾਂ ਦੋਨਾਂ ਪਾਸਿਓਂ ਕਿਸੇ ਇੱਕ 'ਚ ਕੋਈ ਸ਼ਰਾਰਤੀ ਤੱਤ ਵੀ ਸਹੀ ਹੋ ਸਕਦਾ ਕਿ ਪ੍ਰਦਰਸ਼ਨਕਾਰੀਆਂ ਨੇ ਉਸ ਵੇਲੇ ਕਿਉਂਕਿ ਜਦੋਂ ਪੁਲਿਸ ਨੇ ਲਾਠੀ ਚਾਰਜ ਕੀਤਾ ਤੇ ਪ੍ਰਦਰਸ਼ਨਕਾਰੀ ਉੱਥੋਂ ਖਿਦੜ ਗਏ, ਪਿੱਛੇ ਨੂੰ ਚਲੇ ਗਏ, ਪਿੱਛੇ ਚੱਲ ਕੇ ਉਹਨਾਂ ਨੇ ਕੀ ਕੀਤਾ ਕਿ ਉਹ ਰੇਲ ਦੀ ਪਟੜੀ ਤੇ ਚਲੇ ਗਏ, ਰੇਲ ਦੀ ਪਟੜੀ ਚਲੇ ਗਏ, ਉੱਥੋਂ ਚੁੱਕ ਕੇ ਫਿਰ ਉਹਨਾਂ ਨੇ ਪਥਰਾਅ ਸ਼ੁਰੂ ਕਰ ਦਿੱਤਾ। ਜਦੋਂ ਪਥਰਾਅ ਸ਼ੁਰੂ ਕੀਤਾ ਤੇ ਇਹਨਾਂ ਨੇ ਫਾਇਰਿੰਗ ਵਗੈਰਾ ਕੀਤੀ ਤਾਂ ਫਾਇਰਿੰਗ ਦੇ ਵਿੱਚ ਗੋਲੀਆਂ ਮੁੱਕ ਗਈਆਂ, ਪੁਲਿਸ ਦੀਆਂ ਗੋਲੀਆਂ ਮੁੱਕ ਗਈ, ਪੁਲਿਸ ਪਿੱਛੇ ਹੁੰਦੇ ਉਹ ਥਾਣਾ ਚੌਂਕੀ 'ਚ ਵੜ ਗਏ ਸਾਰੇ। ਜਦੋਂ ਚੌਂਕੀ 'ਚ ਵੜੇ ਤੇ ਭੀੜ ਨੂੰ ਲੱਗਾ ਕਿ ਹੁਣ ਤਾਂ ਇਹ ਹੋ ਗਏ, ਜਿਹਨੂੰ ਆਪਾਂ ਕਹਿੰਦੇ ਨਾ ਕਿ ਬੈਕਫੁੱਟ ਤੇ ਚਲੇ ਗਏ ਆ, ਤੇ ਬੈਕਫੁੱਟ ਤੇ ਚਲੇ ਗਏ, ਉਹਨਾਂ ਨੇ ਥਾਣੇ ਨੂੰ ਅੱਗ ਲਾਤੀ, 23 ਮਤਲਬ 22 ਪੁਲਿਸ ਮੁਲਾਜ਼ਮ ਸੜ ਕੇ ਮਰ ਜਾਣਾ, ਇਹ ਵੱਡੀ ਘਟਨਾ। ਹਾਲਾਂਕਿ ਜਦੋਂ ਗੋਲੀਆਂ ਚੱਲੀਆਂ ਨਾ, ਅੰਦੋਲਨਕਾਰੀਆਂ ਤੇ ਗੋਲੀਆਂ ਚਲਾਈਆਂ ਗਿਆ, ਉਦੋਂ ਵੀ 3 ਤਾਂ ਉਸ ਵੇਲੇ ਮਰੇ, ਜਦੋਂ ਜਿਹੜਾ ਗੁਪਤੇਸ਼ਵਰ ਸਿੰਘ ਨੇ ਗੋਲੀ ਚਲਾਈ ਉਦੋਂ ਮਰੇ, ਲੇਕਿਨ ਲੋਕ ਮਰੇ ਸੀ ਤਕਰੀਬਨ 11 ਲੋਕ ਮਰੇ ਸੀ, 50 ਤੋਂ ਵੱਧ ਜ਼ਖਮੀ ਹੋਏ ਸੀਗੇ। ਤੇ ਉਹ ਤਾਂ ਭੀੜ ਭੜਕੀ ਹੁੰਦੀ ਹੈ, ਜ਼ਰੂਰੀ ਨਹੀਂ ਕਿ ਪੁਲਿਸ ਹੀ ਆ ਕੇ ਹਮਲਾ ਕਰੇ, ਆਪਸ 'ਚ ਜੋ ਹੈਗੀਆਂ ਇਦਾਂ ਘਟਨਾਵਾਂ ਦੇ ਵਿੱਚ ਜ਼ਖਮੀ ਹੋ ਹੀ ਜਾਂਦੇ ਆ। ਹਾਂ, ਉਸੇ ਦੌਰਾਨ ਜਿਹੜੇ ਪ੍ਰਦਰਸ਼ਨਕਾਰੀ ਸੀਗੇ ਨਾ, ਜਦੋਂ ਪਥਰਾਅ ਕਰ ਰਹੇ ਸੀ ਤਾਂ ਇਹ ਪਿੱਛੇ ਹੁੰਦੇ ਥਾਣੇ 'ਚ ਵੜੇ, ਤੇ ਉਸ ਦੌਰਾਨ ਹੀ ਕੈਰੋਸਿਨ, ਕਿਉਂਕਿ ਬਾਜ਼ਾਰ ਤਾਂ ਸੀਗਾ ਹੀ, ਉਹ ਜਾ ਕੇ ਉੱਥੋਂ ਉਹਨਾਂ ਨੇ ਮਿੱਟੀ ਦਾ ਤੇਲ ਚੁੱਕਿਆ, ਜਿਹਨੂੰ ਆਪਾਂ ਕੈਰੋਸਿਨ ਕਹਿੰਦੇ ਆ, ਮਿੱਟੀ ਦਾ ਤੇਲ ਚੁੱਕਿਆ ਲਿਆ ਕੇ ਥਾਣੇ ਦੇ। ਉਦੋਂ ਥਾਣੇ ਵੀ ਤਕਰੀਬਨ ਮੈਕਸੀਮਮ ਯੂਜ਼ ਜਿਹੜੀ ਉਹ ਲੱਕੜ ਹੋਈ ਹੁੰਦੀ ਸੀਗੀ, ਬਿਲਡਿੰਗ ਤੇ ਜਿਹੜੀ ਹੁੰਦੀ ਸੀ ਉਹਦੇ 'ਚ ਲੱਕੜ ਬਹੁਤ ਜ਼ਿਆਦਾ ਯੂਜ਼ ਹੋਈ ਹੁੰਦੀ ਸੀ। ਉਹਨਾਂ ਨੇ ਲਿਆ ਕੇ ਉਹ ਮਿੱਟੀ ਦਾ ਤੇਲ ਪਾਇਆ ਤੇ ਥਾਣੇ ਨੂੰ ਅੱਗ ਲਾਤੀ। ਇਹ ਮਤਲਬ ਇਹ ਕਿਹਾ ਜਾ ਸਕਦਾ ਕਿ ਉਸ ਵੇਲੇ ਦੀ ਇੱਕ ਵੱਡੀ ਘਟਨਾ ਆ, ਚੌਰਾ ਚੌਰੀ ਕਾਂਡ ਜਿਹੜੀ ਇੱਕ ਵੱਡੀ ਘਟਨਾ ਆ, ਔਰ ਮਹਾਤਮਾ ਗਾਂਧੀ
ਦਾ ਅਸਹਿਯੋਗ ਅੰਦੋਲਨ ਵਾਪਸ ਲੈ ਲੈਣਾ ਇਹ ਕੋਈ ਛੋਟੀ ਜੀ ਗੱਲ ਨਹੀਂ ਹੈ, ਕਿਉਂਕਿ ਇੱਕ ਲੀਡਰ ਜਿਹੜਾ ਪੂਰੇ ਹਿੰਦੁਸਤਾਨ ਦੇ ਪ੍ਰਦਰਸ਼ਨਕਾਰੀਆਂ ਨੂੰ, ਪੂਰੇ ਹਿੰਦੁਸਤਾਨ ਦੇ ਅੰਦੋਲਨਕਾਰੀਆਂ ਨੂੰ ਲੀਡ ਕਰ ਰਿਹਾ, ਉਹ ਲੀਡਰ ਅਚਾਨਕ ਕਵੇ ਕਿ ਨਹੀਂ ਹੁਣ ਅਸਹਿਯੋਗ ਅੰਦੋਲਨ ਜਿਹੜਾ ਹੈ ਉਹਦਾ ਕੋਈ ਮਕਸਦ ਨਹੀਂ, ਉਹਦਾ ਕੋਈ ਮਤਲਬ ਨਹੀਂ ਰਿਹਾ, ਕਿਉਂਕਿ ਇਹਨਾਂ ਨੇ ਹਿੰਸਾ ਨੂੰ ਪਹਿਲ ਦਿੱਤੀ ਹੈ ਤੇ ਮੈਂ ਹਿੰਸਾ ਦਾ ਹਮੇਸ਼ਾ ਤੋਂ ਹੀ ਵਿਰੋਧੀ ਰਿਹਾ ਵਾਂ। ਤੇ ਦੇਖ ਹੁਣ ਹਰ ਬੰਦਾ ਦੇਖੋ ਸਪੌਟ ਤੇ ਕੀ ਹੋਇਆ, ਉਦੋਂ ਜਿਹੜੇ ਉੱਥੇ ਮੌਕੇ ਤੇ ਸੀਗੇ ਉਹ, ਕਿਉਂਕਿ ਜਦੋਂ ਅੰਗਰੇਜ਼ਾਂ ਨੂੰ ਵੀ ਪਤਾ ਸੀਗਾ ਕਿ ਗਾਂਧੀ ਜਿਹੜੇ ਹੈਗੇ ਆ ਉਹ ਹਿੰਸਾ ਦੇ ਖਿਲਾਫ ਨੇ, ਤੇ ਗਾਂਧੀ ਜੀ ਨੂੰ ਤਾਂ ਕੋਈ ਕੁਛ ਕਹਿੰਦਾ ਨਹੀਂ ਸੀਗਾ। ਕਹਿੰਦੇ ਤਾਂ ਉਹਨਾਂ ਲੋਕਾਂ ਨੂੰ ਸੀਗੇ ਨਾ ਜਿਹੜੇ ਲੋਕ ਗਾਂਧੀ ਜੀ ਨੂੰ ਸਪੋਰਟ ਕਰਦੇ ਸੀਗੇ ਪਿੱਛੇ, ਉਹਨਾਂ 'ਚ ਜ਼ਾਹਿਰ ਹੈ ਕਿ ਹਰ ਨੇਚਰ ਦੇ ਬੰਦੇ ਸੀਗੇ, ਹਰ ਨੇਚਰ ਦਾ ਬੰਦਾ, ਹਰ ਸੁਭਾਅ ਦਾ ਬੰਦਾ ਹੁੰਦਾ ਹੈ, ਕੁਝ ਗਰਮ ਨੇਚਰ ਦੇ ਹੁੰਦੇ, ਕੁਝ ਠੰਡੇ ਨੇਚਰ ਦੇ ਬੰਦੇ ਹੁੰਦੇ ਆ। ਜਿਹੜੇ ਠੰਡੇ ਨੇਚਰ ਦੇ ਉਹ ਸਿਰਫ ਨਾਅਰੇਬਾਜ਼ੀ ਕਰਕੇ ਜਾਂ ਡਿਪਲੋਮੈਟਿਕ ਢੰਗ ਨਾਲ ਆਜ਼ਾਦੀ ਹਾਸਲ ਕਰਨਾ ਚਾਹੁੰਦੇ ਸੀ, ਲੇਕਿਨ ਜਿਹੜੇ ਗਰਮ ਦਲ ਦੇ ਲੋਕ ਆ ਉਹ ਕਹਿੰਦੇ ਕਿ ਜਦ ਤੱਕ ਹਾਜ਼ਰੀ ਦਰਜ ਨਹੀਂ ਹੋਏਗੀ ਸਾਡੀ ਤੇ ਤਦ ਤੱਕ ਕਿੱਦਾਂ ਪਤਾ ਲੱਗੂਗਾ ਕਿ ਅਸੀਂ ਕੀ ਚਾਹੁੰਦੇ ਆ। ਉਹਨੂੰ ਲੈ ਕੇ ਫਿਰ ਜਿਹੜਾ ਇਹ ਕਾਂਡ ਆਪਾਂ ਇਹ ਕਹਿ ਸਕਦੇ ਹਾਂ ਕਿ ਇਹ ਹੋਇਆ ਕਿਉਂਕਿ ਬਾਜ਼ਾਰ ਦੇ ਵਿੱਚ ਹੋਇਆ, ਉੱਥੇ ਸਾਧਨ ਮੁਹੱਈਆ ਸੀਗੇ, ਉਹ ਕੈਰੋਸਿਨ ਲਿਆ ਕੇ ਉਹਨਾਂ ਨੇ ਅੱਗ ਲਾਤੀ। ਤੇ ਗੁਪਤੇਸ਼ਵਰ ਸਿੰਘ ਉਦੋਂ ਵੀ ਜਿਹੜਾ ਹੈਗਾ ਉਹ ਹਟਿਆ ਨਹੀਂ ਉਲਝਣ ਤੋਂ, ਜਦੋਂ ਦੇਖਿਆ ਕਿ ਇਹ ਹਟ ਹੀ ਨਹੀਂ ਰਿਹਾ, ਫਿਰ ਉਹਨੂੰ ਚੁੱਕ ਕੇ ਵੀ ਜਿਹੜਾ ਅੰਦੋਲਨਕਾਰੀਆਂ ਨੇ ਅੱਗ ਦੇ ਵਿੱਚ ਸਿੱਟ ਦਿੱਤਾ ਸੀਗਾ, ਉਹਦੀ ਮੌਤ ਵੀ ਉੱਥੇ। ਉਸ ਤੋਂ ਬਾਅਦ ਫਿਰ ਅੰਗਰੇਜ਼ ਸਰਕਾਰ ਨੇ ਪ੍ਰਦਰਸ਼ਨਕਾਰੀਆਂ ਦੇ ਖਿਲਾਫ ਕਾਰਵਾਈ ਕੀਤੀ, ਜਿਹੜੇ ਲੋਕ ਬਿਲਕੁਲ ਫਰੰਟ ਤੇ ਸੀਗੇ ਉਹਨਾਂ ਨੂੰ, ਉਹਨਾਂ ਦੇ ਬਾਈ ਨੇਮ FIR ਦਰਜ ਹੋਈ ਤੇ ਉਹਨਾਂ ਨੂੰ ਫਾਂਸੀ ਦੀ ਸਜ਼ਾ ਦਿੱਤੀ ਗਈ। ਅੰਗਰੇਜ਼ ਸਰਕਾਰ ਨੇ ਵੀ ਜਿਹੜੇ ਤਾਂ ਪੁਲਿਸ ਵਾਲੇ ਮਾਰੇ ਗਏ ਸੀ ਉਹਨਾਂ ਦੀ ਯਾਦ ਦੇ ਵਿੱਚ ਸਮਾਰਕ ਬਣਾਇਆ, ਤੇ ਉਸ ਤੋਂ ਬਾਅਦ ਜਦੋਂ ਆਜ਼ਾਦੀ ਮਿਲ ਗਈ ਸਾਨੂੰ ਤੇ ਉਹਦੇ ਤੇ ਜੈ ਹਿੰਦ ਵੀ ਜੋੜ ਦਿੱਤਾ ਗਿਆ ਨਾਲ, ਮਤਲਬ ਅੱਜ ਉਹਨਾਂ ਨੂੰ ਉਸ ਤਰ੍ਹਾਂ ਯਾਦ ਕੀਤਾ ਜਾਂਦਾ ਹੈ। ਤੇ ਜਿਹੜੇ ਉਹ ਲੋਕ ਸੀਗੇ ਉਸ ਵੇਲੇ ਦੇ ਲੋਕਲ ਲੋਕ ਉੱਥੇ ਸੀਗੇ 19 ਜਿਨ੍ਹਾਂ ਨੂੰ ਫਾਂਸੀ ਦਿੱਤੀ ਗਈ, ਜਿਨ੍ਹਾਂ ਨੇ ਸਮਝ ਲਓ ਇੱਕ ਤਰ੍ਹਾਂ ਦੀ ਕੁਰਬਾਨੀ ਦਿੱਤੀ, ਉਸ ਕਾਂਡ ਨੂੰ ਲੈ ਕੇ ਜਿਹੜੀ ਕੁਰਬਾਨੀ ਦਿੱਤੀ ਆਜ਼ਾਦੀ ਦੇ ਲਈ, ਉਸ ਨੂੰ ਲੈ ਕੇ ਵੀ ਇੱਕ ਸਮਾਰਕ ਜਿਹੜਾ ਹੈਗਾ ਉਹ ਬਣਾਇਆ ਗਿਆ। 1973 ਦੇ ਵਿੱਚ ਇੱਕ ਸਮਾਰਕ ਬਣਾਇਆ ਗਿਆ 12 ਮੀਟਰ ਉੱਚਾ ਤਿਕੋਣਾ ਸਮਾਰਕ ਹੈਗਾ, ਉਹ ਬਣਾਇਆ ਗਿਆ, ਜਿਸ ਨੂੰ ਲੈ ਕੇ ਅੱਜ ਵੀ ਉਹਨੂੰ ਯਾਦ ਕੀਤਾ ਜਾਂਦਾ ਹੈ। ਤੇ ਸਮ੍ਰਿਤੀ ਦੇ ਵਿੱਚ ਹੋਰ ਵੀ ਸਮਾਰਕ ਬਣੇ ਹੋਏ ਨੇ ਕਈ, ਵੀ ਬਾਅਦ 'ਚ ਸਰਕਾਰਾਂ ਨੇ ਵੀ ਉਹਨਾਂ ਨੂੰ ਯਾਦ ਕੀਤਾ। ਬਹੁਤ ਸਾਰੇ ਜਿਹੜੇ ਲੋਕ ਸੀਗੇ ਉਹੀ ਜਿਹੜੇ 19 ਲੋਕ ਸੀਗੇ ਜਿਹੜੇ ਖਾਸ ਕਰ ਉਹ ਹੋਰ ਲੋਕ ਜਿਹੜੇ ਜ਼ਖਮੀ ਹੋਏ ਸੀਗੇ ਜਿਨ੍ਹਾਂ ਨੇ ਉਹ ਬਿਲਕੁਲ ਸਭ ਕੁਝ ਅੱਖੀਂ ਦੇਖਿਆ। ਜ਼ਾਹਿਰ ਹੈ ਕਿ ਸਰਕਾਰਾਂ ਉਹਨਾਂ ਤੋਂ ਪੁੱਛ ਕੇ ਫਿਰ ਉਹ ਸਮ੍ਰਿਤੀ ਦੇ ਵਿੱਚ ਯਾਦ ਦੇ ਵਿੱਚ ਆਪਾਂ ਜਿਹਨੂੰ ਕਹਿੰਦੇ ਆ ਉਹ ਸਮਾਰਕ ਬਣਾਏ ਗਏ। ਤੇ ਬਕਾਇਦਾ ਹੁਣ ਉੱਥੇ ਇੱਕ ਆਪਾਂ ਕਹਿੰਦੇ ਮਿਊਜ਼ੀਅਮ ਤੇ ਇੱਕ ਪੁਸਤਕਾਲੇ ਜਿਹਨੂੰ ਆਪਾਂ ਲਾਇਬ੍ਰੇਰੀ ਕਹਿੰਦੇ ਆ ਉਹ ਵੀ ਬਣਾਇਆ ਗਿਆ, ਤਾਂ ਕਿ ਇਸ ਕਾਂਡ 'ਚ ਹੋਇਆ ਕੀ ਸੀਗਾ, ਕੌਣ ਸ਼ਾਮਲ ਸੀਗੇ। ਇਤਿਹਾਸ ਦੇ ਵਿੱਚ ਤਾਂ ਦਰਜ ਸਭ ਕੁਝ ਹੈਗਾ, ਲੇਕਿਨ ਸਾਰੀਆਂ ਕਿਤਾਬਾਂ ਆਮ ਲੋਕ ਨਹੀਂ ਪੜ੍ਹ ਸਕਦੇ, ਲੇਕਿਨ ਉੱਥੇ ਜਿਹੜੀ ਲਾਇਬ੍ਰੇਰੀ ਬਣਾਈ ਗਈ ਆ, ਉੱਥੇ ਜਿਹੜਾ ਮਿਊਜ਼ੀਅਮ ਬਣਾਇਆ ਗਿਆ, ਉਹਦੇ ਵਿੱਚ ਉਹ ਸਾਰਾ ਕੁਝ ਰੱਖਿਆ ਗਿਆ ਜਿਹੜਾ ਉਸ ਕਾਂਡ ਦੇ ਦੌਰਾਨ ਹੋਇਆ। ਤੇ ਇਸੇ ਸਾਡਾ ਅੱਜ ਦਾ ਮੁੱਦਾ, ਤੇ ਜਿਸ ਦੇ ਵਿੱਚ ਅਸੀਂ ਚੌਰੀ ਚੌਰਾ ਕਾਂਡ ਦੇ ਬਾਰੇ 'ਚ ਜਾਣਕਾਰੀ ਦਿੱਤੀ। ਬਹੁਤ ਸਾਰੇ ਲੋਕਾਂ ਨੂੰ ਇਸ ਦੇ ਬਾਰੇ 'ਚ ਪਤਾ ਵੀ ਹੋਵੇਗਾ, ਪਰ ਇਸ ਦੀਆਂ ਬਰੀਕੀਆਂ ਦੇ ਬਾਰੇ 'ਚ ਜਾਣਕਾਰੀ ਸਾਂਝੀ ਕੀਤੀ। ਕੱਲ ਫੇਰ ਕਿਸੇ ਨਵੇਂ ਮੁੱਦੇ ਦੇ ਨਾਲ ਅਸੀਂ ਤੁਹਾਡੇ ਨਾਲ ਜੁੜਾਂਗੇ। ਤਦ ਤੱਕ ਲਈ ਦਿਓ ਇਜਾਜ਼ਤ। ਧੰਨਵਾਦ।